200 मौतां, जगह जगह के उत्ते रेता बजरी चोरी, एक हाहाकार ते एक रोह दे विचों अंदोलन की भिणक पैंदी है कैप्टन अमरिंदर सिंह नूं, ते दोबारा करफ्यू का चेता आ जाता। धमकी दिंदे आ वो लाइव कि जिहड़े वायलेशन की मैं फड़ के FIR दे के जिहड़े 200 बंदे इकट्ठे होणगे उन्हां दे उत्ते मैं परचा नहीं देना, जिहड़ा इकट्ठ करू उह ते परचा देना। मैं सवाल करूंगा कि शनिवार ते एतवार कोरोना ने तुहानू परमिशन देती? कोई लिखत हो गई थोड़ी कोरोना बीमारी दे नाल भी 5 दिन तुहानू मैं कुछ नहीं कहना, पर शनिवार ते एतवार जे कोई थोड़ा बंदा बाहर है तो मैं चिंबड़ जाना। एक्साइज इंस्पैक्टर के मूँह के उत्ते मास्क लग्या होया सी और वो कहंदा भी मैं कदे ठेके दे उत्ते आया ही नहीं, जद कि जिहड़ा हैगा उत्थों दा ठेके दा करिंदा ਉਹਨੂੰ आवाज़ तो ही पछाण लैंदा। वो कहंदा कश्मीरा सिंह जी तुसीं तां रोज़ मेरे कोल आके जाने हो। दैट मीनस कि जिहड़ा कश्मीरा सिंह जिहड़ा एक्साइज दा इंस्पैक्टर आ ਉਹਦੀ ਉਹਨਾਂ ਦੇ ਨਾਲ ਮਿਲੀ ਭੁਗਤ ਹਫਤਾ ਜਾਂ ਡੇਲੀ ਬੇਸ ਤੇ ਉਹਨਾਂ ਕੋਲੋਂ ਇਸ ਚੀਜ਼ ਦਾ ਉਹ ਲੈ ਕੇ ਜਾਂਦਾ ਸੀ। कैप्टन अमरिंदर सिंह होरां दे कोले खेतीबाड़ी महकमा, उस महकमे दे विच जिप्सम दा कपड़ा, उस महकमे दे विच बीज कपड़ा, की होया बीज कपड़े का? जगह जगह के उत्ते रेता ते बजरी चोरी हो रहा। सो इस करके जिन्ने महकमे मुख मंत्री कैप्टन अमरिंदर सिंह जी होरां दे कोले आ उन्हां सारे महकमिਆਂ ਦੇ ਵਿੱਚ ਵੱਡੇ ਸਕੈਮ ਹੋ ਰਹੇ ਆ। ਨੈਤਿਕਤਾ ਦੇ ਆਧਾਰ ਦੇ ਉੱਤੇ ਕੈਪਟਨ ਸਾਹਿਬ ਨੂੰ ਰਿਜ਼ਾਈਨ ਕਰਨਾ ਚਾਹੀਦਾ। ਉਹਨਾਂ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ। ਦੋਸਤੋ ਪੰਜਾਬ ਦੇ ਅੰਦਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਹਜੇ ਤੱਕ ਵੀ ਮੌਤਾਂ ਹੋ ਰਹੀਆਂ ਨੇ। ਰੋਜ਼ ਅਖਬਾਰਾਂ ਦੇ ਵਿੱਚ ਆਉਂਦਾ ਵੀ 2 ਹੋਰ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਦੇ 3 ਹੋਰ ਮੌਤਾਂ ਹੋ ਗਈਆਂ, 5 ਹੋਰ ਹੋ ਗਈਆਂ। ਤੇ ਕੁੰਭਕਰਨੀ ਨੀਂਦ ਕਿਉਂ ਸੁੱਤੀ ਹੋਈ ਆ ਸਰਕਾਰ? ਪੁਲਿਸ ਐਡਮਿਨਿਸਟ੍ਰੇਸ਼ਨ ਕੁੰਭਕਰਨੀ ਨੀਂਦ ਸੁੱਤਾ ਪਿਆ। ਐਕਸਾਈਜ਼ ਡਿਪਾਰਟਮੈਂਟ, ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਜਿਹੜਾ ਉਹ ਕਿਉਂ ਚੁੱਪ ਤੇ ਖਾਮੋਸ਼ ਹੈਗਾ? ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਦੀ ਵਧਾਈ ਦੇਵਾਂਗਾ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਜੀ ਹੋਰਾਂ ਨੂੰ ਤੇ ਇਹਨਾਂ ਦੀ ਸਮੁੱਚੇ ਸਾਰੀ ਟੀਮ ਨੂੰ, ਜਿਨ੍ਹਾਂ ਨੇ ਸਾਰੇ ਰਜੇਵੇਂ ਛੱਡ ਕੇ ਕੱਲ ਪਤਾ ਲੱਗਿਆ ਕਿ ਖੰਨਾ ਦੇ ਵਿੱਚ ਡੁਪਲੀਕੇਟ ਐਕਸਪਾਇਰੀ ਬੀਅਰ ਜਿਹੜੀ ਆ ਉਹ ਠੇਕਿਆਂ ਦੇ ਉੱਤੇ ਵਿਕ ਰਹੀ ਆ। ਇਹਨਾਂ ਨੇ ਪਹਿਲਾਂ ਚੈੱਕ ਕਰਾਇਆ, ਉੱਥੋਂ ਆਪਣੇ ਸਾਥੀਆਂ ਨੂੰ ਭੇਜਿਆ, ਉਹ ਲੈ ਕੇ ਆਏ। ਇਹਨਾਂ ਨੇ ਖੁਦ ਦੇਖੀਆਂ ਬੋਤਲਾਂ ਤੇ ਉਹ ਐਕਸਪਾਇਰੀ ਸੀਗੀਆਂ। ਫਿਰ ਖੁਦ ਗਏ, ਕੈਮਰਾ ਜੇਬ ਦੇ ਵਿੱਚ, ਜਿਹੜਾ ਦੋਸਤ ਖਰੀਦਣ ਗਿਆ ਤੇ ਉਹਦੀ ਜੇਬ ਦੇ ਵਿੱਚ ਕੈਮਰਾ ਲਾਈਵ ਤੇ ਆ। ਠੇਕੇ ਤੋਂ ਬੀਅਰ ਖਰੀਦੀ 150 ਰੁਪਏ ਦੀ ਬੋਤਲ ਤੇ 300 ਰੁਪਏ ਦੀਆਂ 2 ਬੋਤਲਾਂ। ਇਹ ਬੀਅਰ ਖਰੀਦਣ ਤੋਂ ਬਾਅਦ, ਪੈਸੇ ਦੇਣ ਤੋਂ ਬਾਅਦ ਜਦੋਂ ਪੜ੍ਹਿਆ ਲਾਈਵ ਦੇ ਵਿੱਚ ਆ ਬੋਤਲ ਦੇ ਉੱਤੇ ਉਹਦੀ ਐਕਸਪਾਇਰੀ ਕੀ ਲਿਖੀ ਆ, ਤੇ ਉਹ ਮੇਰਾ ਖਿਆਲ 4 ਮਹੀਨੇ ਤੇ ਦੂਜੀ ਦੀ 2 ਮਹੀਨੇ ਇਹ ਐਕਸਪਾਇਰੀ ਬੋਤਲਾਂ। ਫਿਰ ਇਹਨੇ ਕਿਹਾ ਵੀ ਤੁਸੀਂ ਮਹਿੰਗੀ ਵੇਚੀ ਜਾਂਦੇ ਹੋ ਐਕਸਪਾਇਰੀ। ਉਹ ਕਹਿੰਦੇ ਨਹੀਂ, 180 ਰੁਪਏ ਦੀ ਇੱਕ ਬੋਤਲ ਆ। ਇਹ ਐਕਸਪਾਇਰੀ ਹੋਣ ਕਾਰਨ 30 ਰੁਪਏ ਛੂਟ ਹੈ ਇੱਕ ਬੋਤਲ ਦੇ ਉੱਤੇ। ਸ਼ਰੇਆਮ ਇਹ ਦੋਸਤਾਂ ਨੇ ਉੱਥੇ ਪ੍ਰੋਟੈਸਟ ਕੀਤਾ, ਧਰਨਾ ਦਿੱਤਾ, ਤੇ ਪੁਲਿਸ ਆਈ ਐਂਡ ਐਕਸਾਈਜ਼ ਡਿਪਾਰਟਮੈਂਟ ਦਾ ਉਸ ਏਰੀਏ ਦਾ ਸਤਿਕਾਰਯੋਗ ਇੰਸਪੈਕਟਰ ਸਾਹਿਬ ਆਇਆ। ਹੁਣ ਅੱਜ ਅਪਡੇਟ ਕੀ ਹੈ? ਅੱਜ ਮੈਂ ਇਸ ਗੱਲ ਲਈ SSP ਸਾਹਿਬ ਨਾਲ ਮਨਵਿੰਦਰ ਗਿਆਸਪੁਰਾ ਜੀ ਦੀ ਹੁਣੇ ਗੱਲ ਹੋਈ। ਉਹ ਕਹਿੰਦੇ ਨਥਿੰਗ, ਅਸੀਂ ਸਿਰਫ ਸਰਬਜੀਤ ਸਿੰਘ ਕੰਗ ਜਿਹੜੇ ਲੋਕ ਇਨਸਾਫ ਪਾਰਟੀ ਖੰਨਾ ਦੇ ਪ੍ਰਧਾਨ ਆ, ਉਹਨਾਂ ਦੀ ਸਟੇਟਮੈਂਟ ਦੇ ਤਹਿਤ DDR ਜਿਹੜੀ ਅਸੀਂ ਦਰਜ ਕਰ ਲਈ ਆ। FIR ਕੋਈ ਨਹੀਂ ਦਿੱਤਾ। ਤੇ ਮੇਰੀ ਮਿਸਟਰ ਰਾਜੇਸ਼ ਐਰੀ ਸਾਹਿਬ ਹੈਗੇ ਆ ਜਿਹੜੇ ਡਿਸਟ੍ਰਿਕਟ ਹੈਡ ਐਕਸਾਈਜ਼ ਐਂਡ ਟੈਕਸੇਸ਼ਨ ਦੇ, ਮੇਰੀ ਉਹਨਾਂ ਨਾਲ ਗੱਲ ਹੋ ਕੇ ਹਟੀ ਆ। ਉਹ ਕਹਿੰਦੇ ਜੀ ਅਸੀਂ ਚਲਾਨ ਕਰਦੇ ਆ। ਹੁਣ ਦੋਸਤੋ ਬੜੀ ਦੁਖਦਾਇਕ ਗੱਲ ਹੈਗੀ ਆ। ਚਲਾਨ ਦਾ ਮਤਲਬ ਕੀ ਆ ਕਿ ਜੇ ਐਕਸਾਈਜ਼ ਨੇ ਰੇਡ ਕੀਤਾ, ਕਿਸੇ ਠੇਕੇ ਦੇ ਵਿੱਚੋਂ ਐਕਸਪਾਇਰੀ ਬੀਅਰ ਮਿਲ ਗਈ ਜਾਂ ਨਾਨ ਸਟੈਂਡਰਡ ਸ਼ਰਾਬ ਮਿਲ ਗਈ, ਫਿਰ ਤਾਂ ਹੈਗਾ ਚਲਾਨ। ਇੱਥੇ ਲਾਈਵ ਐਕਸਪਾਇਰੀ ਬੀਅਰ ਖਰੀਦੀ ਗਈ ਤੇ ਮੈਂ
ਰਜੇਸ਼ ਐਰੀ ਸਾਹਿਬ ਨੂੰ ਬੇਨਤੀ ਕੀਤੀ ਵੀ ਜਦੋਂ ਬੰਦੇ ਮਰ ਜਾਣਗੇ, ਤੁਹਾਡੇ ਸਾਹਮਣੇ ਮੈਂ ਫੋਨ ਤੇ ਗੱਲ ਕੀਤੀ ਆ, ਜਦੋਂ ਬੰਦੇ ਮਰ ਜਾਣਗੇ ਆਇਆ ਕਿ ਤੁਸੀਂ ਉਦੋਂ FIR ਦਰਜ ਕਰੋਗੇ ਵੀ ਹੁਣ ਇੰਨੀਆਂ ਮੌਤਾਂ ਹੋ ਗਈਆਂ, ਹੁਣ ਇੰਨੀਆਂ ਹੋ ਗਈਆਂ, ਹੁਣ ਇੰਨੀਆਂ ਹੋ ਗਈਆਂ। ਮਤਲਬ ਕਿ ਬੁਰਾਈ ਦੀ ਜੜ ਤੱਕ ਨਹੀਂ ਜਾਣਾ। ਇਹ ਰਵੱਈਆ, ਇਹ ਐਟੀਟਿਊਡ ਕਿਉਂ ਹੈਗਾ ਗਵਰਨਮੈਂਟ ਦਾ ਤੇ ਸਰਕਾਰੀ ਤੰਤਰ, ਪੁਲਿਸ ਤੇ ਐਕਸਾਈਜ਼ ਡਿਪਾਰਟਮੈਂਟ ਦਾ? ਕਿਉਂਕਿ ਅਸੀਂ ਵਾਰ-ਵਾਰ ਕਹਿੰਦੇ ਆ ਕਿ ਇਹ ਜਿਹੜਾ ਲਿੱਕਰ ਮਾਫੀਆ ਪੰਜਾਬ ਦੇ ਵਿੱਚ ਆ, ਇਸ ਲਿੱਕਰ ਮਾਫੀਆ ਦੇ ਪਿੱਛੇ ਬੜੇ ਤਾਕਤਵਰ ਲੋਕ ਹੈਗੇ ਆ। ਗਿਆਸਪੁਰਾ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਖੰਨੇ ਤੇ ਸ਼ੰਭੂ ਦੇ ਉੱਤੇ ਜਾ ਕੇ ਰੇਡ ਕੀਤਾ, ਇੱਕ ਨਕਲੀ ਸ਼ਰਾਬ ਬਣਾਉਣ ਦੀ ਫੈਕਟਰੀ ਫੜੀ ਗਈ। ਹੋਇਆ ਕਿ ਉਹ ਜ਼ਮਾਨਤਾਂ ਕਰਾ ਕੇ ਬਾਹਰ ਆ ਗਏ, ਕਿਉਂਕਿ ਉਹਨਾਂ ਦੇ ਪਿੱਛੇ ਆਕੇ ਜਿਹੜੇ ਆ ਉਹਨਾਂ ਦੇ ਗॉडफादर ਬਹੁਤ ਤਕੜੇ ਲੋਕ ਹੈਗੇ ਆ। ਇੱਥੋਂ ਤੱਕ ਕਿ ਸਾਡੇ ਸੂਬੇ ਦੇ ਅੰਦਰ ਸੂਬੇ ਦੀ ਵਜ਼ਾਰਤ ਦੇ ਕੈਬਨਿਟ ਵਜ਼ੀਰ ਸਾਹਿਬਾਨ ਨੇ ਕਹਿ ਹਟਿਆ ਵੀ 1600 ਕਰੋੜ ਰੁਪਏ ਦਾ ਗਬਨ ਹੋ ਗਿਆ ਲਿੱਕਰ ਮਾਫੀਆ। ਉਹਨਾਂ ਨੇ ਮੌਕੇ ਦੇ ਚੀਫ ਸੈਕਟਰੀ ਸਾਹਿਬ ਕਰਨ ਅਵਤਾਰ ਸਿੰਘ ਦੇ ਮੁੰਡੇ ਦੇ ਉੱਤੇ ਇਲਜ਼ਾਮ ਲਾਏ ਮੰਤਰੀ ਸਾਹਿਬਾਨਾਂ ਨੇ ਵੀ ਇਹ ਕਿੰਗ ਪੈਨ ਹੈ ਸ਼ਰਾਬ ਮਾਫੀਏ ਦੀ। ਐਂਡ ਚੰਦ ਦਿਨਾਂ ਦੇ ਬਾਅਦ ਸਾਰਾ ਕੁਝ ਨਾਰਮਲ ਹੋ ਗਿਆ। ਅਸੀਂ ਤਾਂ ਸੋਚਦੇ ਸੀ ਵੀ ਸ਼ਰਾਬ ਮਾਫੀਆ ਦੇ ਉੱਤੇ ਸਰਕਾਰ ਬੜੀ ਤੀਬਰਤਾ ਦੇ ਨਾਲ ਸਖਤ ਕਦਮ ਚੁੱਕੇਗੀ, ਕੋਈ ਵਾਈਟ ਪੇਪਰ ਲੈ ਕੇ ਆਉਣਗੇ। 1600 ਕਰੋੜ ਰੁਪਏ ਗਬਨ ਸਾਡਾ ਰੈਵਨਿਊ ਸਟੇਟ ਦਾ ਵਾਧਾ ਲੱਗਿਆ ਹੋਇਆ ਵਿੱਚੋਂ, ਤੇ ਮੁੱਖ ਮੰਤਰੀ ਸਾਹਿਬ ਦੇ ਕੋਲੇ ਇਹ ਮਹਿਕਮਾ ਹੈਗਾ। ਹੋਇਆ ਕੁਛ ਨਹੀਂ। ਜੇ ਮੰਤਰੀ ਸਾਹਿਬਾਨ ਕਿਤੇ ਆਪਣੀ ਸਟੇਟਮੈਂਟ ਦੇ ਉੱਤੇ ਅੜੇ ਰਹਿੰਦੇ, ਆਪਣੇ ਮੁੱਦੇ ਦੇ ਉੱਤੇ ਖੜੇ ਰਹਿੰਦੇ, ਉਹ ਡੀਲ ਨਾ ਕਰਦੇ, ਤੇ 200 ਤੋਂ ਵੱਧ ਜਾਨਾਂ ਜਿਹੜੀਆਂ ਮਾਝੇ ਦੇ ਵਿੱਚ ਹੋਈਆਂ ਉਹ ਰੁਕ ਸਕਦੀਆਂ ਸੀ। ਤੇ ਰਾਤ ਵਾਲਾ ਜਿਹੜਾ ਜਾਲੀ ਬੀਅਰ ਵੰਡਣ ਦਾ, ਜਿਹੜਾ ਵੇਚਣ ਦਾ ਧੰਦਾ ਸੀਗਾ, ਇੱਕ ਡਰ ਕਾਨੂੰਨ ਦਾ ਪੈਦਾ ਹੁੰਦਾ ਇਹਨਾਂ ਲਿੱਕਰ ਮਾਫੀਆ ਦੇ ਲੋਕਾਂ ਦੇ ਵਿੱਚ। ਪਰ ਅਫਸੋਸ ਆ ਕਿ ਕਿਉਂਕਿ ਸਰਕਾਰ ਖੁਦ ਉਹਨਾਂ ਨੂੰ ਸ਼ੈਲਟਰ ਕਰਦੀ ਆ, ਸਰਕਾਰ ਦੇ ਵਜ਼ੀਰ ਚੀਫ ਸੈਕਟਰੀ ਦੇ ਮੁੰਡੇ ਨੂੰ ਕਿੰਗ ਪਿਨ ਦੱਸਦਾ ਲਿੱਕਰ ਮਾਫੀਆ ਦਾ। ਇਟ ਮੀਨਸ ਅੰਡਰਸਟੂਡ ਹੈ ਕਿ ਮੁੱਖ ਮੰਤਰੀ ਦੇ ਕੋਲੇ ਮਹਿਕਮਾ, ਤੇ ਉਸ ਮਹਿਕਮੇ ਦੇ ਵਿੱਚ ਐਡੀ ਵੱਡੀ ਪੱਧਰ ਤੇ ਕਪੜੇਬਾਜ਼ੀ ਦੇ ਉੱਤੇ ਸਿਰਫ ਪੋਚਾ ਪਾਚੀ ਕਰਕੇ ਵੀ ਭਾਪ ਬਾਹਰ ਨਾ ਨਿਕਲ ਜਾਵੇ, ਸਾਫ਼ ਜ਼ਾਹਰ ਹੁੰਦਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕੋਲੇ ਖੇਤੀਬਾੜੀ ਮਹਿਕਮਾ, ਉਸ ਮਹਿਕਮੇ ਦੇ ਵਿੱਚ ਜਿਪਸਮ ਦਾ ਕਪੜਾ, ਉਸ ਮਹਿਕਮੇ ਦੇ ਵਿੱਚ ਬੀਜ ਕਪੜਾ। ਕੀ ਹੋਇਆ ਬੀਜ ਕਪੜੇ ਦਾ? ਕਿੰਨਾ ਤੁਸੀਂ ਮੀਡੀਆ ਵਾਲਿਆਂ ਨੇ ਇਸ ਇਸ਼ੂ ਦੇ ਉੱਤੇ ਕੰਮ ਕੀਤਾ। ਮੈਂ ਰਿਣੀ ਆ ਮੀਡੀਆ ਦਾ, ਕੋਈ ਕਾਰਵਾਈ ਨਹੀਂ, ਚੁੱਪ ਤੇ ਖਾਮੋਸ਼ ਆ। ਜਿਹੜੇ ਕਿੰਗ ਪੈਨ ਲੋਕ ਆ, ਜਿਹੜੇ ਬਿਹਾਈਂਡ ਦਾ ਕਰਟਨ, ਉਹ ਮੌਜਾਂ ਕਰ ਰਹੇ ਆ। ਐਂਡ ਮੁੱਖ ਮੰਤਰੀ ਸਾਹਿਬ ਦੇ ਕੋਲੇ ਗ੍ਰਹਿ ਵਜ਼ਾਰਤ ਹੈਗੀ ਆ, ਲਾਅ ਐਂਡ ਆਰਡਰ ਦੇ ਕੀ ਹਾਲ ਚਾਲ ਹੈ। ਜਗ੍ਹਾ ਜਗ੍ਹਾ ਦੇ ਉੱਤੇ ਰੇਤਾ ਤੇ ਬਜਰੀ ਚੋਰੀ ਹੋ ਰਿਹਾ। ਸੋ ਇਸ ਕਰਕੇ ਜਿੰਨੇ ਮਹਿਕਮੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਹੋਰਾਂ ਦੇ ਕੋਲੇ ਆ, ਉਹਨਾਂ ਸਾਰੇ ਮਹਿਕਮਿਆਂ ਦੇ ਵਿੱਚ ਵੱਡੇ ਸਕੈਮ ਹੋ ਰਹੇ ਆ। ਨੈਤਿਕਤਾ ਦੇ ਆਧਾਰ ਦੇ ਉੱਤੇ ਕੈਪਟਨ ਸਾਹਿਬ ਨੂੰ ਰਿਜ਼ਾਈਨ ਕਰਨਾ ਚਾਹੀਦਾ। ਉਹਨਾਂ ਨੂੰ ਮੁੱਖ ਮੰਤਰੀ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ। ਉਹ ਸਿਰਫ ਤੇ ਸਿਰਫ ਮਾਸਕ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਰੁਝਾ ਰਹੇ ਆ। ਉਹ ਇੱਕ ਪਾਸੇ 15-20 ਦਿਨ, ਮਹੀਨਾ ਪਹਿਲਾਂ ਮਿਸ਼ਨ ਫਤਿਹ ਦੇ ਵੱਡੇ ਵੱਡੇ ਸ਼ਹਿਰਾਂ ਦੇ ਅੰਦਰ ਇਸ਼ਤਿਹਾਰਬਾਜ਼ੀ ਤੇ ਬੋਰਡ ਲਾਉਂਦੇ ਆ ਕਿ ਅਸੀਂ ਕਰੋਨਾ ਦੇ ਉੱਤੇ ਜਿੱਤ ਹਾਸਲ ਕਰ ਲਈ, ਮਿਸ਼ਨ ਫਤਿਹ ਕਰ ਲਿਆ ਅਸੀਂ। ਤੇ ਦੂਜੇ ਹੱਥ ਜਦੋਂ ਪੰਜਾਬ ਦੇ ਅੰਦਰ ਖੇਤੀ ਸੁਧਾਰ ਆਰਡੀਨੈਂਸਾਂ ਦੇ ਨਾਮ ਦੇ ਉੱਤੇ ਲੋਕ ਇਨਸਾਫ ਪਾਰਟੀ ਦੇ ਅੰਦੋਲਨ ਤੋਂ ਬਾਅਦ ਕਿਸਾਨ ਤੇ ਖੇਤ ਮਜ਼ਦੂਰ ਉੱਠਦੇ ਆ, ਅੰਦੋਲਨ ਦੀ ਸ਼ੁਰੂਆਤ ਹੁੰਦੀ, ਕਿਸਾਨ ਜਥੇਬੰਦੀਆਂ ਤੁਰਦੀਆਂ ਨੇ, 200 ਮੌਤਾਂ, ਜਗ੍ਹਾ ਜਗ੍ਹਾ ਦੇ ਉੱਤੇ ਰੇਤਾ ਬਜਰੀ ਚੋਰੀ, ਇੱਕ ਹਾਹਾਕਾਰ ਤੇ ਇੱਕ ਰੋਹ ਦੇ ਵਿੱਚੋਂ ਅੰਦੋਲਨ ਦੀ ਭਿਣਕ ਪੈਂਦੀ ਹੈ ਕੈਪਟਨ ਅਮਰਿੰਦਰ ਸਿੰਘ ਨੂੰ। ਤੇ ਦੁਬਾਰਾ ਕਰਫਿਊ ਦਾ ਚੇਤਾ ਆ ਜਾਂਦਾ। ਧਮਕੀ ਦਿੰਦੇ ਆ ਉਹ ਲਾਈਵ ਕਿ ਜਿਹੜੇ ਵਾਇਲੇਸ਼ਨ ਕੀਤੀ ਮੈਂ ਫੜ ਕੇ FIR ਦੇ ਕੇ ਜਿਹੜੇ 200 ਬੰਦੇ ਇਕੱਠੇ ਹੋਣਗੇ ਉਹਨਾਂ ਦੇ ਉੱਤੇ ਮੈਂ ਪਰਚਾ ਨਹੀਂ ਦੇਣਾ, ਜਿਹੜਾ ਇਕੱਠ ਕਰੂ ਉਹ ਤੇ ਪਰਚਾ ਦੇਣਾ। ਇਹ ਦੋਸਤੋ ਅਣਐਲਾਨੀ ਐਮਰਜੈਂਸੀ ਆ। ਯਾਦ ਹੋਏਗਾ ਤੁਹਾਨੂੰ, ਬੀਬੀ ਇੰਦਰਾ ਗਾਂਧੀ ਦੇ ਵੇਲੇ ਐਮਰਜੈਂਸੀ ਲੱਗੀ ਤੇ ਬੀਬੀ ਇੰਦਰਾ ਦੇ ਪੁੱਤਰ ਸੰਜੇ ਗਾਂਧੀ ਨੇ ਜ਼ਬਰਦਸਤੀ ਲੋਕਾਂ ਦੀ ਨਸਬੰਦੀ ਕੀਤੀ ਫੜ ਫੜ ਕੇ। ਅੱਜ ਕਰੋਨਾ ਮਹਾਮਾਰੀ ਬਿਮਾਰੀ ਹੈਗੀ ਆ, ਪਰ ਬਿਮਾਰੀ ਦੇ ਨਾਲ ਜਿਹੜਾ ਰਾਜਨੀਤਿਕ ਭੂਤ ਚਮੇੜ ਕੇ ਲੋਕਾਂ ਨੂੰ ਡਰਾ ਕੇ ਪਟਾਰੀ ਦੇ ਵਿੱਚ ਪਾਉਣ ਦਾ ਯਤਨ ਕੀਤਾ ਜਾ ਰਿਹਾ। ਲਾਕਡਾਊਨ ਐਂਡ ਕਰਫਿਊ ਤੇ FIR ਦਰਜ ਕਰਨ ਦੀਆਂ ਧਮਕੀਆਂ ਆਪਣੀ ਪੀੜ੍ਹੀ ਹੇਠ ਸੋਟਾ ਨਹੀਂ, ਕਿਉਂਕਿ ਰੋਹ ਦੇ ਵਿੱਚ ਆਏ ਲੋਕਾਂ ਦੇ ਅੰਦੋਲਨਾਂ ਨੂੰ ਦਬਾਉਣ ਵਾਸਤੇ, ਚਾਹੇ ਉਹ ਸ਼ਰਾਬ ਮਾਫੀਆ ਦੀ ਗੱਲ ਆ ਤੇ ਚਾਹੇ ਉਹ
ਪੰਜਾਬ ਦੇ ਅੰਦਰ ਖੇਤੀ ਸੁਧਾਰ ਆਰਡੀਨੈਂਸਾਂ ਨੂੰ ਲੈ ਕੇ ਇੱਕ ਵਿਦਰੋਹ ਦਾ ਮਾਹੌਲ ਪੈਦਾ ਹੋ ਰਿਹਾ। ਇਹਨਾਂ ਵਿਦਰੋਹ ਦੇ ਮਾਹੌਲ ਨੂੰ ਖਤਮ ਕਰਨ ਵਾਸਤੇ ਸ਼ਨੀਵਾਰ ਤੇ ਐਤਵਾਰ, ਕਿਉਂਕਿ 2 ਦਿਨ ਲੋਕ ਆਫ ਡੇ ਹੁੰਦਾ, ਸ਼ਨੀਵਾਰ ਤੇ ਐਤਵਾਰ ਵੀ ਇਹ ਬਿੱਲ ਦਿਨ ਦੇ ਵਿੱਚ ਲੋਕ ਕਿਤੇ ਅੰਦੋਲਨਾਂ ਦੇ ਰੂਪ ਦੇ ਵਿੱਚ ਨਾ ਜਾਣ ਸੜਕਾਂ ਦੇ ਉੱਤੇ। ਹੁਣ ਆਇਆ ਕਿ ਕੈਪਟਨ ਅਮਰਿੰਦਰ ਸਿੰਘ ਜੀ, ਮੈਂ ਤੁਹਾਨੂੰ ਇਹ ਪੁੱਛਣਾ ਚਾਹੂੰਗਾ, ਸਤਿਕਾਰਯੋਗ ਤੁਸੀਂ ਮੇਰਾ ਵੀ ਜ਼ਿਕਰ ਕੀਤਾ ਵੀ ਲੁਧਿਆਣੇ ਦਾ ਇੱਕ ਮੁੰਡਾ, ਲੁਧਿਆਣੇ ਦੇ 2 ਮੁੰਡੇ ਤੇ ਇੱਕ ਬਿਨਾਂ ਮਾਸਕ ਤੋਂ ਤੁਰਿਆ ਫਿਰਦਾ ਸੀ, ਸ਼ੁਕਰੀਆ ਤੁਸੀਂ ਬੜਾ ਖਿਆਲ ਕੀਤਾ, ਵਾਹਿਗੁਰੂ ਤੁਹਾਨੂੰ ਤੰਦਰੁਸਤੀ ਦੇਵੇ। ਮੈਂ ਸਵਾਲ ਕਰੂੰਗਾ, ਕੀ ਸ਼ਨੀਵਾਰ ਤੇ ਐਤਵਾਰ ਕਰੋਨਾ ਨੇ ਤੁਹਾਨੂੰ ਪਰਮਿਸ਼ਨ ਦੇਤੀ? ਕੋਈ ਲਿਖਤ ਹੋ ਗਈ ਤੁਹਾਡੀ ਕਰੋਨਾ ਬਿਮਾਰੀ ਦੇ ਨਾਲ ਵੀ 5 ਦਿਨ ਤੁਹਾਨੂੰ ਮੈਂ ਕੁਝ ਨਹੀਂ ਕਹਿਣਾ, ਪਰ ਸ਼ਨੀਵਾਰ ਤੇ ਐਤਵਾਰ ਜੇ ਕੋਈ ਤੁਹਾਡਾ ਬੰਦਾ ਬਾਹਰ ਹੈ ਤਾਂ ਮੈਂ ਚਿੰਬੜ ਜਾਣਾ। ਐਂਡ ਪੰਜਾਬ ਵਿਧਾਨ ਸਭਾ ਦਾ ਸੈਸ਼ਨ 28 ਤਰੀਕ ਦਾ 1 ਦਿਨ ਦਾ ਸੈਸ਼ਨ। ਦੁੱਖ ਤੇ ਅਫਸੋਸ ਮੈਨੂੰ ਸਪੀਕਰ ਸਾਹਿਬ ਦਾ, ਪਾਰਟੀ ਪ੍ਰਧਾਨਾਂ ਨੂੰ ਕਾਲ, ਮੈਨੂੰ ਵੀ ਆਈ ਸਪੀਕਰ ਸਾਹਿਬ ਦੀ ਕਾਲ। ਉਹ ਕਹਿੰਦੇ ਜੀ ਅਸੀਂ ਇੱਕ ਲਿਖਤ ਰੂਪ 'ਚ ਚਿੱਠੀ ਬਾਅਦ 'ਚ ਆਈ, ਪਹਿਲਾਂ ਟੈਲੀਫੋਨ ਕਾਲ ਆਇਆ ਸਪੀਕਰ ਸਾਹਿਬ ਦਾ। ਉਹ ਕਹਿੰਦੇ ਜੀ ਮੈਂ ਇੱਕ ਪ੍ਰਸਤਾਵ ਰੱਖਿਆ ਕਿ ਜਿੰਨੇ ਅਫਸਰ ਵਿਧਾਨ ਸਭਾ ਹਾਲ ਦੇ ਅੰਦਰ ਆਉਣ, ਜਿੰਨਾ ਮੁਲਾਜ਼ਮ ਵਿਧਾਨ ਸਭਾ ਦਾ ਅੰਦਰ ਆਊਗਾ, ਜਿੰਨੇ ਪੁਲਿਸ ਜਿਹੜੇ ਸਿਕਿਉਰਿਟੀ ਦੇ ਉੱਤੇ ਉਹ ਅੰਦਰ ਆਉਣਗੇ, ਤੇ ਸਾਰੇ ਐਮਐਲਏ, ਸਾਰੇ ਮਿਨਿਸਟਰ ਤੇ ਸਣੇ ਮੁੱਖ ਮੰਤਰੀ ਐਂਡ ਸਪੀਕਰ ਵੀ ਇਹ ਸਾਰੇ ਆਪਣਾ ਕਰੋਨਾ ਟੈਸਟ ਕਰਾ ਕੇ ਆਉਣ, ਜਿਹੜਾ ਨੈਗੇਟਿਵ ਹੋਊਗਾ ਉਹ ਅੰਦਰ ਵੜੂਗਾ। ਮੈਂ ਕਿਹਾ ਜੀ ਬੜਾ ਧੰਨਵਾਦ ਤੁਹਾਡਾ, ਚੰਗੀ ਗੱਲ ਆ, ਤੁਸੀਂ ਟੈਸਟ ਵਾਸਤੇ ਬੇਨਤੀ ਕੀਤੀ। ਮੈਂ ਸਪੀਕਰ ਸਾਹਿਬ ਫਿਰ ਤਾਂ ਸਾਰਾ ਟੈਸਟਡ ਮਾਲ ਅੰਦਰ ਜਾਣਾ, ਸਾਰਿਆਂ ਦੇ ਟੈਸਟ ਹੋਣ ਤੋਂ ਬਾਅਦ ਜਿਹੜੇ ਲੋਕ ਨੈਗੇਟਿਵ ਆ, ਚਾਹੇ ਉਹ ਅਫਸਰ ਆ ਤੇ ਚਾਹੇ ਉਹ ਐਮਐਲਏ ਆ, ਉਹੀ ਅੰਦਰ ਜਾਣੇ ਆ। ਫਿਰ ਸੈਸ਼ਨ 1 ਦਿਨ ਦਾ ਕਿਉਂ? ਫਿਰ ਤਾਂ ਜਦੋਂ ਟੈਸਟਡ ਲੋਕਾਂ ਨੇ ਹੀ ਅੰਦਰ ਜਾਣਾ, ਫਿਰ ਸੈਸ਼ਨ 15 ਜਾਂ 20 ਦਿਨ ਦਾ ਕਿਉਂ ਨਹੀਂ? ਮਾਨਸੂਨ ਸੈਸ਼ਨ, ਪੰਜਾਬ ਦੇ ਅੰਦਰ ਕਿਸਾਨਾਂ ਦੀਆਂ ਖੁਦਕੁਸ਼ੀਆਂ, ਬੇਰੁਜ਼ਗਾਰੀ ਦਾ ਆਲਮ। ਕੈਪਟਨ ਸਾਹਿਬ ਤੁਸੀਂ ਲਾਕਡਾਊਨ, ਤੁਸੀਂ ਕਰਫਿਊ, ਕਦੇ ਲੋਕਾਂ ਨੂੰ ਕੋਈ ਰਾਹਤ, ਕੋਈ ਬਿਜਲੀ ਦੇ ਬਿੱਲਾਂ ਦੇ ਵਿੱਚ ਦਿੱਤੀ ਹੋਵੇ? ਕੋਈ ਮਾਤੜ ਲੋਕਾਂ ਦੇ ਬੱਚਿਆਂ ਦੀਆਂ ਸਕੂਲ ਫੀਸਾਂ ਦਾ ਕੋਈ ਇੰਤਜ਼ਾਮ ਕੀਤਾ ਹੋਵੇ? ਕੋਈ ਤੁਸੀਂ ਲੋਕਾਂ ਦੇ ਜੀਵਨ ਪੱਧਰ ਦੇ ਵਿੱਚ ਆ ਰਹੀਆਂ ਦੁਸ਼ਵਾਰੀਆਂ ਨੂੰ ਦੂਰ ਕਰਨ ਦਾ ਕਿਤੇ ਕੋਈ ਯਤਨ ਕੀਤਾ ਹੋਵੇ? ਕਿਤੇ ਜਿਹੜਾ ਐਮਪਲੋਇਰ, ਕੋਈ ਦੁਕਾਨਦਾਰ, ਕੋਈ ਫੈਕਟਰੀ ਮਾਲਕ ਲੇਬਰ ਨੂੰ ਤਨਖਾਹ ਨਹੀਂ ਦੇ ਰਿਹਾ, ਕਦੇ ਤੁਸੀਂ ਉਹਦੀ ਬਾਹ ਫੜੀ ਹੋਵੇ ਵੀ ਭਾਈ ਕੋਈ ਗੱਲ ਨਹੀਂ, ਜੇ ਤੈਨੂੰ ਫੈਕਟਰੀ ਵਾਲੇ ਕੋਲੋਂ 10,000 ਸੀ, ਉਹਨੇ ਤਨਖਾਹ ਨਹੀਂ ਦਿੱਤੀ, ਅਸੀਂ ਬੰਦੋਬਸਤ ਕਰਦੇ ਹਾਂ, ਉਹਨੂੰ 3 ਹਿੱਸਿਆਂ 'ਚ ਵੰਡ ਲੈਂਦੇ ਹਾਂ, 1 ਹਿੱਸਾ ਤੇਰਾ ਤਨਖਾਹ ਦਾ ਕੱਟ ਲੱਗ ਗਿਆ, 1 ਹਿੱਸਾ ਸਰਕਾਰ ਦਊਗੀ ਤੇ 1 ਦਊਗਾ ਐਮਪਲੋਇਰ। ਦਿੱਤਾ ਤੁਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਧੇਲਾ ਨਹੀਂ, ਨਾ ਫੀਸਾਂ ਦੇ ਵਿੱਚ, ਨਾ ਬਿਜਲੀ ਦੇ ਬਿੱਲਾਂ ਦੇ ਵਿੱਚ। ਜਿਹੜੇ ਲੋਕ ਕਿਰਾਏ ਤੇ ਰਹਿ ਰਹੇ ਆ ਵਿਚਾਰੇ, ਮੇਰੇ ਕੋਲੇ ਰੋਂਦੇ ਆ ਦਫ਼ਤਰ ਦੇ ਵਿੱਚ ਆ ਕੇ, ਕਿਰਾਇਆ ਨਹੀਂ ਦਿੱਤਾ ਜਾ ਰਿਹਾ ਉਹਨਾਂ ਕੋਲੋਂ। ਅਸੀਂ ਮਿਹਨਤ ਤਰਲਾ ਕਰਦੇ ਹਾਂ, ਕੁਝ ਕੋਲੋਂ ਪੈਸੇ ਦਿੰਦੇ ਹਾਂ, ਕੁਝ ਮਾਲਕ ਦੀ ਮਿਹਨਤ ਤਰਲਾ ਕਰਦੇ ਹਾਂ ਵੀ ਯਾਰ ਗਰੀਬ ਨੂੰ ਨਾ ਕੱਢ, ਕੋਈ ਨਹੀਂ ਦਿਨ ਚੰਗੇ ਆ ਜਾਣਗੇ, ਇਹ ਕਿਰਾਇਆ ਤੇਰਾ ਦੇ ਦੇਗਾ। ਪਰ ਕੈਪਟਨ ਅਮਰਿੰਦਰ ਸਿੰਘ ਅੱਜ ਕਰੋਨਾ ਦੇ ਨਾਮ ਦੇ ਉੱਤੇ ਰਾਜਨੀਤੀ ਕਰਦੇ ਆ। ਮਾਸਕ ਯਾਦ ਆਉਂਦਾ ਉਹਨਾਂ ਨੂੰ, ਪਰ ਸਰਕਾਰ ਦੀ ਅਸਲ ਡਿਊਟੀ ਉਹ ਕਦੋਂ ਯਾਦ ਆਊਗੀ? ਆ ਜਿਹੜਾ ਰਾਤ ਜਾਲੀ ਬੀਅਰ, ਜਿਹੜੀ ਐਕਸਪਾਇਰੀ ਬੀਅਰ ਦਾ ਇੱਕ ਠੇਕੇ ਦੇ ਉੱਤੋਂ ਅਸੀਂ ਤਾਂ ਗਏ ਆ, ਆਇਆ ਕਿ ਕਿੰਗਫਿਸ਼ਰ ਕੰਪਨੀ ਪੰਜਾਬ ਦੇ ਸਾਰੇ ਠੇਕਿਆਂ ਦੇ ਉੱਤੇ ਸਪਲਾਈ ਕਰਦੀ ਹੈ। ਇਹ ਕੱਲਾ ਖੰਨੇ ਦੇ ਇੱਕ ਠੇਕੇ ਤੱਕ ਸੀਮਤ ਨਹੀਂ, ਇਹ ਪੰਜਾਬ ਦੇ ਅੰਦਰ ਸਾਰੇ ਠੇਕਿਆਂ ਦੇ ਉੱਤੇ ਐਕਸਪਾਇਰੀ ਬੀਅਰ ਵਿਕ ਰਹੀ ਹੈ। ਤੁਸੀਂ ਹੈਰਾਨਗੀ ਇਸ ਗੱਲ ਦੀ ਹੈ ਕਿ ਹਜੇ ਤੱਕ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। ਸਿਰਫ ਇੱਕ ਕਾਰਵਾਈ ਦੇ ਨਾਮ ਦੇ ਉੱਤੇ ਲਿਪਾਪੋਚੀ ਕਰਨ ਵਾਸਤੇ ਇੱਕ ਚਲਾਨ ਪਾਤਾ, FIR ਦਰਜ ਕਿਉਂ ਨਹੀਂ ਕੀਤੀ? ਸੋ ਮੈਂ ਫੇਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਕਹੂੰਗਾ ਵੀ ਇਹ ਮੁੱਖ ਮੰਤਰੀ ਪੁਣਾ ਚਲਾਉਣਾ ਹੁਣ ਤੁਹਾਡੇ ਵੱਸ ਦੀ ਗੱਲ ਨਹੀਂ। ਤੁਸੀਂ ਤੰਦਰੁਸਤ ਰਹੋ, ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ਿਸ਼ ਕਰੇ। ਤੁਹਾਡੀ ਉਮਰ ਤੋਂ ਵਡੇਰੀ ਉਮਰ ਦੇ ਲੋਕ ਕੀ ਘਰਾਂ ਦੇ ਵਿੱਚ ਕੈਦ ਹੋਏ ਹੋਏ ਆ? ਤੁਹਾਡੇ ਤੋਂ ਵਡੇਰੀ ਉਮਰ ਦੇ ਲੋਕ ਮੁੱਖ ਮੰਤਰੀ ਸਾਹਿਬ ਆਪਣੇ ਰਜੇਵਿਆਂ ਦੇ ਵਿੱਚ ਹੈਗੇ ਆ। ਕਰੋਨਾ ਸਾਰਿਆਂ ਵਾਸਤੇ, ਤੁਹਾਡਾ ਇਕੱਲੇ ਵਾਸਤੇ ਕਰੋਨਾ ਨਹੀਂ। ਸੋ ਤੁਹਾਡੇ ਕੋਲੇ ਕਰੋਨਾ ਤੋਂ ਜ਼ਿਆਦਾ ਡਰ ਹੈਗਾ ਕਰੋਨਾ ਦੀ ਬਿਮਾਰੀ ਤੱਕ। ਕਿਰਪਾ ਕਰਕੇ ਤੁਹਾਡੇ ਥੱਲੇ ਜਿੰਨੇ ਮਹਿਕਮੇ ਉਹਨਾਂ ਦੇ ਵਿੱਚ ਵੱਡੇ ਵੱਡੇ ਸਕੈਮ ਹੋ ਰਿਹਾ, ਤੁਹਾਨੂੰ ਦਿਆਨਤਦਾਰੀ ਦਿਖਾਉਣੀ ਚਾਹੀਦੀ ਹੈ। ਤੁਹਾਨੂੰ ਨੈਤਿਕਤਾ ਦੇ ਆਧਾਰ ਦੇ ਉੱਤੇ ਰਿਜ਼ਾਈਨ ਕਰਨਾ ਚਾਹੀਦਾ। ਐਂਡ ਮੈਂ ਪੁਲਿਸ ਐਡਮਿਨਿਸਟ੍ਰੇਸ਼ਨ ਤੇ ਐਕਸਾਈਜ਼ ਡਿਪਾਰਟਮੈਂਟ ਨੂੰ ਫਿਰ ਇੱਕ ਚੇਤਾਵਨੀ ਦਊਂਗਾ ਕਿ FIR ਦਰਜ ਕਰ ਦਿਓ। ਕੱਲ ਨੂੰ ਸਾਨੂੰ ਦਰੀ ਵਿਛਾ ਕੇ ਤੁਹਾਡੇ ਦਫ਼ਤਰਾਂ ਦੇ ਬਾਹਰ ਧਰਨਾ ਨਾ ਦੇਣਾ ਪਵੇ। ਸਾਡੇ ਕੋਲੇ ਡੈਮੋਕ੍ਰੈਟਿਕ ਰਾਈਟ ਆ,
ਉਹ ਡੈਮੋਕ੍ਰੈਟਿਕ ਰਾਈਟ ਜਿਹੜਾ ਪੰਜਾਬ ਦੇ ਲੋਕਾਂ ਦੀ ਜਾਨ ਬਚਾਉਂਦਾ ਹੋਵੇ ਤੇ ਕੈਪਟਨ ਸਾਹਿਬ ਦੀ ਧਮਕੀ ਦਾ ਅਸਰ ਨਹੀਂ ਕਿ ਅਸੀਂ FIR ਦੇ ਦੇਵਾਂਗੇ। ਅਸੀਂ FIR ਤੋਂ ਡਰਨ ਵਾਲੇ ਨਹੀਂ, ਸਾਨੂੰ ਪੰਜਾਬ ਦੇ ਲੋਕਾਂ ਦੀਆਂ ਜਾਨਾਂ ਦੀ ਚਿੰਤਾ ਹੈਗੀ ਆ, ਲੋਕਾਂ ਦੀ ਸਿਹਤ ਨਾਲ ਜੁੜੇ ਹੋਏ ਵਿਸ਼ਿਆਂ ਦੇ ਉੱਤੇ। ਜੇ FIR ਨਾ ਕੀਤੀ ਤੇ ਅਸੀਂ ਦੋਸਤੋ ਪੁਲਿਸ ਪ੍ਰਸ਼ਾਸਨ ਦਾ ਵੀ ਜਾ ਕੇ ਜਿਹੜਾ ਮੈਂ ਉਮੀਦ ਕਰੂੰਗਾ ਵੀ FIR ਦੇ ਦੇਣ, ਨਹੀਂ ਤੇ ਅਸੀਂ ਜਾ ਕੇ ਇਹਨਾਂ ਦਾ ਚਿਹਰਾ ਬੇਨਕਾਬ ਕਰਾਂਗੇ, ਤੁਹਾਡੇ ਜਰੀਏ ਦੱਸਾਂਗੇ ਕਿ ਇਸ ਨੈਕਸਸ ਦੇ ਵਿੱਚ ਪਾਵਰਫੁਲ ਲੋਕਾਂ ਕਰਕੇ ਕੋਈ FIR ਦਰਜ ਨਾ ਹੋਵੇ। ਸੋ ਮੈਂ ਮਨਵਿੰਦਰ ਗਿਆਸਪੁਰਾ ਔਰ ਇਹਨਾਂ ਦੇ ਸਾਰੇ ਸਾਥੀਆਂ ਦਾ ਬਹੁਤ ਰਿਣੀ ਆ, ਜਿਨ੍ਹਾਂ ਨੇ ਹਮੇਸ਼ਾ ਬੜਾ ਡੈਡੀਕੇਟਡ ਹੋ ਕੇ ਦਲੇਰੀ ਦੇ ਨਾਲ ਜਿੱਥੇ ਕਿਤੇ ਲੋਕਾਂ ਦੀ ਦੁਸ਼ਵਾਰੀ ਤੰਗੀ ਤੁਰਸ਼ੀ ਕੋਈ ਕਰਪਸ਼ਨ ਦੀ ਉੱਥੇ ਜਾ ਕੇ ਹਮੇਸ਼ਾ ਤਕੜੇ ਹੋ ਕੇ ਪਹਿਰਾ ਦਿੱਤਾ। ਕੱਲ ਸਾਡੇ ਕੋਲ ਇੱਕ ਇਨਫੋਰਮੇਸ਼ਨ ਮਿਲੀ ਕਿ ਖੰਨਾ ਮਲੇਰਕੋਟਲਾ ਰੋਡ ਦੇ ਉੱਤੇ ਇੱਕ ਜੋ ਠੇਕਾ, ਉਸ ਠੇਕੇ ਦੇ ਵਿੱਚ ਜਿਹੜੀ ਹੈਗੀ ਆ ਐਕਸਪਾਇਰੀ ਸ਼ਰਾਬ, ਐਕਸਪਾਇਰੀ ਬੀਅਰ ਕਿੰਗਫਿਸ਼ਰ ਦੀ ਵੇਚੀ ਜਾ ਰਹੀ ਹੈ। ਇਸ ਦੀ ਵੈਰੀਫਿਕੇਸ਼ਨ ਦੇ ਲਈ ਅਸੀਂ ਪਹਿਲਾਂ ਆਪਣਾ ਬੰਦਾ ਭੇਜਿਆ ਤੇ ਉਹਨੇ ਜਦੋਂ ਉਹ ਜਿਹੜੀ ਬੀਅਰ ਦੀ ਬੋਤਲ ਸੀ ਉਹ ਖਰੀਦੀ ਤੇ ਉਹ ਬੋਤਲ ਜਿਹੜੀ ਸੀ ਤੀਸਰੇ ਮਹੀਨੇ ਦੀ ਐਕਸਪਾਇਰੀ ਡੇਟ ਦੀ ਉਹ ਬੋਤਲ ਸੀ। ਔਰ ਜਦੋਂ ਬੋਤਲ ਲਿਆ ਕੇ ਸਾਨੂੰ ਦਿਖਾਈ, ਫਿਰ ਅਸੀਂ ਉਸੇ ਬੋਤਲ ਦੇ ਆਧਾਰ ਤੇ ਤੁਰੰਤ ਸਾਡੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਬੈਂਸ ਸਾਹਿਬ ਨਾਲ ਗੱਲ ਕੀਤੀ ਤੇ ਫਿਰ ਇਹਦਾ ਅਸੀਂ ਇੱਕ ਸਟਿੰਗ ਕਰਨ ਦੀ ਗੱਲ ਕੀਤੀ ਤੇ ਤੁਰੰਤ ਅਸੀਂ ਮੀਡੀਆ ਵਾਲੇ ਵੀਰਾਂ ਨੂੰ, ਖੰਨੇ ਦੇ ਮੀਡੀਆ ਵਾਲੇ ਵੀਰਾਂ ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਅਸੀਂ ਆਪਣਾ ਬੰਦਾ ਮੇਰੇ ਪੇਜ ਤੋਂ ਲਾਈਵ ਕਰਕੇ ਉੱਥੇ ਜਦੋਂ ਬੀਅਰ ਦੀ ਬੋਤਲ ਲੈਣ ਗਏ ਤਾਂ ਸਭ ਤੋਂ ਪਹਿਲਾਂ ਤਾਂ ਉਹਦੇ ਕੋਲੋਂ 2 ਚਿਲਡ ਬੀਅਰਾਂ ਮੰਗੀਆਂ। ਤੁਸੀਂ ਇਹ ਚੀਜ਼ ਸਾਰੀ ਰਿਕਾਰਡਿੰਗ ਆਨਲਾਈਨ ਦੇਖ ਸਕਦੇ ਹੋ। ਸਾਰੀ ਗਾੜੀ ਉੱਪਰ ਹੀ ਬਈ ਚਿਲਡ ਬੀਅਰ ਦੇ ਕਿੰਗਫਿਸ਼ਰ ਕਿੰਨੇ ਦੀ ਆ? 150 ਦੇ ਦਿਓ, 2 ਦੇ ਦਿਓ। ਬਸ ਠੀਕ ਹੈ ਬਈ। ਦੇਖੀ ਚੱਲਦਾ ਪੂਰੀਆਂ ਤੁਸੀਂ ਕੀ ਲੈਣਾ ਇਹ ਲੈਣੀ ਲੈ ਲਓ ਯਾਰ। ਆਹ ਕੀ ਕਹਿੰਦੇ ਅਖੰਡ ਰੋਡ ਇੱਕ ਹੋਰ ਦੇਗਾ ਇਹਦੀ ਆਹ ਡੇਟ ਆਹ ਇਹ ਸਾਰੇ ਦੀ ਹੈਗੀ ਆ। ਹਾਂ ਇਹੀ ਹੈ ਡੇਟ ਸਾਰੇ ਦੀ। ਨਹੀਂ ਇਹ ਫਿਰ ਨੰਗੀ ਹੋਈ ਨਹੀਂ ਐਕਸਪਾਇਰੀ ਡੇਟ ਹੈ ਤਾਂ ਐਕਸਪਾਇਰੀ। ਹਾਂਜੀ ਇਹ ਸਾਰੇ ਦੀ ਤੇ ਫਿਰ ਘੱਟ ਕਰ ਲਓ ਮਾੜਾ ਮੋਟਾ। ਤੁਸੀਂ ਤਾਂ ਉਹੀ ਲੈ ਰੇਟ ਵੈਸੇ 180 ਦੀ ਆ ਤੇ ਤਾਂ ਕਰਕੇ ਤੁਸੀਂ ਘੱਟ ਕੀਤੀ ਆ ਬਈ, ਯਾਨੀ ਕਿ 2 ਮਹੀਨੇ 3 ਮਹੀਨੇ ਲੰਘੇ ਹੋਏ ਕਰਕੇ ਇਹਦੇ ਨਾਲ ਕੋਈ ਫਰਕ ਤਾਂ ਨਹੀਂ ਪੈਂਦਾ। 10 ਰੁਪਏ ਹੁੰਦੇ ਜੀ। ਚਲੋ ਚੱਲ ਠੀਕ ਹੈ, ਹੋ ਗਈ ਪੇਮੈਂਟ ਕਿ ਤੁਸੀਂ ਲੈ ਲਈਏ। ਚਲੋ यार इतने नाले रेट भी 135 लिखा होया। हाँ हाँ पर रेट 135 लिखा जी, एक्सपायरी डेट दे रहे ने ते कहते भी ऐसे करके घट दे रहे हैं। एक्सपायरी है, एक्सपायरी डेट है 13/12/19 तक की वैलिडिटी है। क्या भेज रहे हैं रेट आम नकली शराब बेची रही, एक्सपायरी डेट आ रही किंगफिशर दी। किंगफिशर रेट 135 है। किंगफिशर ब्रांड है यार। ਇਹਨੂੰ ਮਾਰੀ ਹਾਗ ਯਾਰ। एक्सपायरी 2 महीने पहले भी एक्सपायरी है। ਐਕਸਪਾਇਰੀ ਜਿਹੜੀ ਹੈਗੀ ਆ ਸ਼ਰਾਬ ਵੇਚ ਰਹੇ ਆ। ਸ਼ਰਾਬ ਦੇ ਨਾਲ ਪੰਜਾਬ ਦੇ ਵਿੱਚ 200 ਦੇ ਕਰੀਬ ਮੌਤਾਂ ਹੋ ਗਈਆਂ ਔਰ ਲੋਕਡਾਊਨ ਅੱਜ ਐਤਵਾਰ ਦਾ ਦਿਨ ਆ। ਪੂਰੇ ਪੰਜਾਬ ਦੇ ਵਿੱਚ ਕੈਪਟਨ ਨੇ ਕਰਫਿਊ ਲਾਇਆ ਹੋਇਆ ਤੇ ਕਰਫਿਊ ਦੀ ਆੜ ਦੇ ਵਿੱਚ ਇੱਥੇ ਤੁਸੀਂ ਇਹ ਦੇਖੋ ਕਿ ਖੰਨੇ ਖੜੇ ਆ ਅਸੀਂ। ਖੰਨੇ ਮਲੇਰਕੋਟਲਾ ਰੋਡ ਤੇ
ਇੱਥੇ ਠੇਕੇ ਦੇ ਵਿੱਚ ਜਿਹੜੀ ਹੈਗੀ ਆ ਬੀਅਰ ਜਿਹੜੀ ਆ ਉਹ ਐਕਸਪਾਇਰੀ ਡੇਟ ਵਿੱਚ ਹੀ ਜਾ ਰਹੀ ਆ। ਉਹਦੇ ਚ ਇਹਨਾਂ ਦਾ ਆਹ ਪੂਰਾ ਫ੍ਰਿਜ ਇਹ ਅੱਜ ਦਾ ਨਹੀਂ, ਇੱਧਰ ਨੂੰ ਸ਼ਰਮਾ ਜੀ, ਇਹ ਤਕਰੀਬਨ ਮਹੀਨੇ ਤੋਂ ਚੱਲ ਰਿਹਾ। ਆਪਾਂ ਨੇ ਵੀ ਇੱਕ ਬੀਅਰ ਲੈ ਕੇ ਕਾਹਨੂੰ ਕਰਨਾ। ਅੱਜ ਜਿੱਥੇ ਦਬਕੇ ਮਾਰੇ ਜਾ ਰਹੇ ਸੀ ਵੀ ਦਫਾ 144 ਆ ਸ਼ਰਾਬ ਦੇ ਉਲਟ ਬੋਲੋ ਨਾ, ਉਹਦੇ ਲਈ ਜੋ ਬੰਦ ਕਰਾਇਆ ਅਸੀਂ ਫਿਰ ਵੀ ਰੈਲੀ ਕਰਦੇ ਹੋਏ ਉੱਥੋਂ ਜਾਗਰੂਕ ਰੈਲੀ ਵੀ ਲੋਕਾਂ ਨੂੰ ਜਗਾ ਦਈਏ ਵੀ ਸਾਲੇ ਬਣਾਉਂਦੇ ਵੀ ਨੇ ਐਕਸਪਾਇਰੀਆਂ ਵੇਚ ਕੇ ਸਾਰਾ ਕੋਈ ਮਕਸਦ ਕੀ ਆ। ਠੇਕੇਦਾਰ ਠੇਕੇ ਸਰਕਾਰ ਦੇ ਸਾਰੇ ਰਲੇ ਹੋਏ ਨੇ। ਜਿੰਨਾ ਚਿਰ ਇੱਥੋਂ ਬਾਈ ਜੀ ਐਸਐਸਪੀ ਨੂੰ ਲਾਇਓ ਅਸੀਂ ਵੀ ਚੱਕ ਰਿਹਾ ਨਹੀਂ ਰਿਹਾ। ਐਸਐਸਪੀ ਸਾਹਿਬ ਨੂੰ ਮੈਂ ਕਰਿਆ ਫੋਨ, ਐਸਐਸਪੀ ਸਾਹਿਬ ਨੂੰ ਮੈਂ ਹੁਣੇ ਫੋਨ ਪੱਤਰਕਾਰ ਸਾਹਿਬ ਹੋਰ ਪੱਤਰਕਾਰਾਂ ਨੂੰ, ਠੀਕ ਆ, ਐਸਐਸਪੀ ਸਾਹਿਬ ਨੂੰ ਮੈਂ ਕਰਿਆ ਹੁਣੇ ਫੋਨ, ਚੱਕਿਆ ਨਹੀਂ ਉਹਨਾਂ ਨੇ ਫੋਨ। ਦੁਬਾਰਾ ਰਿਪੀਟ ਕਰਿਓ ਮੁੰਡਿਆ। ਜਿਹੜੀ ਇਹ ਆ ਤਕਰੀਬਨ ਮਹੀਨੇ ਤੋਂ ਹੀ, ਅੱਜ ਦਾ ਨਹੀਂ ਹੈ। ਕੱਲ੍ਹ ਮੁੰਡਾ ਆਪਣਾ ਇੱਥੋਂ ਦੋਸਤ ਆ, ਉਹਨੇ ਕਿਹਾ ਵੀ ਆਹ ਭਾਈ ਤੁਹਾਡੀ ਐਕਸਪਾਇਰੀ ਆ, ਲਿਆਓ ਜੀ ਬਦਲ ਕੇ ਦੇ ਦਿੰਦੇ ਆ। ਇਹਦਾ ਹੱਲ ਇਹ ਹੈ ਵੀ ਬੋਤਲ ਦੇ ਰੇਟ ਆ 135, ਐਕਸਪਾਇਰੀ ਹੋਣ ਕਰਕੇ ਤੁਹਾਨੂੰ ਅਸੀਂ 15 ਰੁਪਏ ਸਸਤੀ ਦੇ ਰਹੇ ਹਾਂ। 15 ਰੁਪਏ ਦੀ ਸਸਤੀ ਪਿੱਛੇ ਬੰਦੇ ਦੀ ਜ਼ਿੰਦਗੀ ਨਾਲ ਜਾਨ ਨਾਲ ਖੇਡ ਰਿਹਾ, ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ। ਉੱਥੇ ਹੀ ਬਹੁਤ ਮਾਜਰੇ ਫੈਕਟਰੀ ਜਦ ਕਿਸੇ ਦੇ ਆਪਾਂ ਕਰਦੇ ਆ ਅੱਗ ਲੱਗਦੀ ਆ ਬੰਦਿਆਂ ਨੂੰ, ਕਿੰਨੇ ਬੰਦੇ ਮਰ ਗਏ, ਕਿੰਨੇ ਬੰਦੇ ਮਰ ਗਏ। ਕੱਲ ਮੇਰਾ ਦੋਸਤ ਆ ਨਾਲੇ ਆ ਜੀ ਰਾਣਾ, ਕੱਪੜੇ ਦੀ ਦੁਕਾਨ ਆ, ਉਹ ਆਇਆ, ਉਹਨੇ ਬੀਅਰ ਮੰਗੀ, ਇਹਨਾਂ ਨੇ ਜਦ ਫੇਰ ਐਕਸਪਾਇਰੀ ਦੇਤੀ, ਉਹਨੂੰ ਇੰਨਾ ਕਿਹਾ ਸੀ ਮੈਂ ਯਾਰ ਦੇਖ ਕੇ ਲੈ ਲਿਆ ਕਰੋ। ਕਹਿੰਦਾ ਵੀਰੇ ਫੇਰ ਐਕਸਪਾਇਰੀ, ਇਹਨਾਂ ਨੇ ਕਹਿੰਦੇ ਵੀ ਜਿਹੜੀ ਐਕਸਪਾਇਰੀ ਆ ਵੀ ਉਹ ਰੇਟ 135 ਆ, ਐਕਸਪਾਇਰੀ ਕਰਕੇ ਤੁਹਾਨੂੰ 120 ਦੀ ਦਿੰਦੇ ਆ। ਉਹ ਕਹਿੰਦਾ ਅਸੀਂ ਤਾਂ ਲੈਣੀ ਨਹੀਂ, ਲਿਆਓ ਜੀ ਖੁੱਲੀ, ਉਹ ਵਾਪਸ ਕਰ ਦਿਓ, ਅਸੀਂ ਬਦਲ ਦਿੰਦੇ ਆ। ਉਹੀ ਢੱਕਣ ਲਾ ਕੇ ਜਾਂ ਲਾ ਕੇ ਉੱਥੇ ਜੇ ਨਹੀਂ ਬੰਦੇ ਨੂੰ ਕਰਨਾ ਕੀ ਆ। ਇੱਕ ਪਾਸੇ ਜਿੱਥੇ ਜਿੰਨੀ ਜਾਲੀ ਦੀ ਆ ਜ਼ਹਿਰ, ਉਨੀ ਐਕਸਪਾਇਰੀ ਦੀ ਜ਼ਹਿਰ ਆ। ਅੱਜ ਜ਼ਿਆਦਾ ਸੀ ਪੈੜ ਦਫ਼ਤਰ ਦਾ ਉਦਘਾਟਨ ਸੀ, ਜਰਗੜੀ ਸੀ, ਇਹੀ ਗੱਲਾਂ ਵੀ ਜਾਲੀ ਸ਼ਰਾਬਾਂ ਚੀਜ਼ਾਂ ਸਰਕਾਰਾਂ ਨੇ ਜੋ ਇਹ ਬੰਦ ਕਰਦੀਆਂ ਨੇ, ਆ ਡਰਾਮੇਬਾਜ਼ੀਆਂ ਕਰਕੇ ਬੰਦ ਕਰਦੀਆਂ ਨੇ ਵੀ ਠੇਕੇ ਖੁੱਲੇ ਨੇ। ਲੋਕਡਾਊਨਾਂ, ਜੇ ਲੋਕਡਾਊਨ ਆ ਠੇਕੇ ਤੇ ਬੰਦਾ ਆਊਗਾ ਕਿਵੇਂ? ਜੇ ਆਊਗਾ ਫਟਾਫਟ ਚੋਰੀ ਆਊਗਾ ਲੈ ਕੇ, ਉਹ ਭੱਜੂਗਾ ਵੀ ਆ 2 ਦਿਨ ਜਾਲੀ ਕੰਮਾਂ ਲਈ, ਜਾਲੀ ਨਜਾਇਜ਼ ਕੰਮਾਂ ਲਈ, ਜਾਲੀ ਸ਼ਰਾਬਾਂ ਲਈ, ਐਕਸਪਾਇਰ ਸ਼ਰਾਬੀਆਂ ਲਈ। ਇਦਾਂ ਉੱਤੇ ਕੀ ਹਨੇਰਾ, ਇਹਨੂੰ ਬਰਦਾਸ਼ਤ ਤੋਂ ਬਾਹਰ ਆ। ਖੰਨਾ ਹੋਇਆ, ਪੈਲ ਹੋਇਆ, ਇਹਨਾਂ ਨੇ ਇੰਨਾ ਕੁ ਗੰਦ ਪਾਤਾ ਸਰਕਾਰ ਨੇ। ਜਿਹੜੇ ਠੇਕੇ ਨੇ ਉਹ ਵੀ ਇਹਨਾਂ ਦੇ ਨੇ। ਜਿਹੜੀ ਠੇਕਿਆਂ ਤੇ ਜੋ ਅਕਸਰ ਕਹਿੰਦੇ ਸੀ ਵੀ ਸ਼ਰਾਬ ਵੀ ਓਕਣੇ ਮਿਲਦੀ ਆ ਸਾਲਿਆਂ ਦੀ, ਇਹਨਾਂ ਦੀ ਉਹ ਮਿਲਦੀ ਆ, ਉਹੀ ਹੈ। ਅਸੀਂ ਪ੍ਰੂਫ ਦਿੰਦੇ ਆ। ਫਿਰ ਹੁਣ ਅੱਜ ਸਰਕਾਰ ਨੂੰ, ਕੈਪਟਨ ਨੂੰ ਕੀ ਚਾਹੀਦਾ? ਜਿੱਥੇ ਲੋਕਾਂ ਤੇ ਧਾਰਾ ਲਾ ਕੇ ਪਰਚੇ ਕਰਦਾ ਦਫਾ 144 ਆ ਠੇਕੇ ਤੇ ਖਾਤੇ ਤੇ ਕਿਤੇ ਹੈ ਵੀ 10 ਬੰਦਿਆਂ ਤੋਂ ਘੱਟ ਹੋਣ। ਇਹਦਾ ਕੋਈ ਬਿੱਲ ਵਗੈਰਾ ਵੀ ਤੁਹਾਨੂੰ ਦਿੱਤਾ ਗਿਆ? ਬਿੱਲ ਬਾਈ ਜੀ ਆ ਜਾਓ, ਇਹ ਕਹਿੰਦੇ ਬਿੱਲ ਸਾਨੂੰ ਮਾਲਕ ਨਹੀਂ ਦਿੰਦੇ। ਬਾਈ ਜੀ ਇੱਧਰ ਇਹਨਾਂ ਨੂੰ ਦੱਸੋ ਪਣ ਜੀ, ਇਹਦੇ ਬਿੱਲ ਦੀ ਬਾਬਤ ਬਿੱਲ ਉਹ ਮਾਲਕਾਂ ਨੇ ਨਹੀਂ ਦਿੰਦੇ। ਆਹ ਤੁਹਾਡਾ ਫ੍ਰੀਜ਼ਰ ਇਹ ਮਹੀਨੇ ਤੋਂ ਭਰਿਆ ਹੋਇਆ ਇਹ। ਨਹੀਂ ਇਹਦਾ ਹੁਣੇ 12-14 ਬੀਅਰ ਨੇ ਬਸ। ਅੱਛਾ ਨਾ, ਜਿਹੜੀ ਕੱਲ ਸੀ ਪਹਿਲਾਂ ਕੱਲ ਸਹੀ ਸੀ ਬੀਅਰ। ਨਹੀਂ ਐਕਸਪਾਇਰਡ ਜੋ ਇਹਨੂੰ ਰਾਣੇ ਤੁਹਾਨੂੰ ਅਲਾਉਡ ਹੈ ਵੇਚਣੀ ਹੈ? ਅਸੀਂ ਤਾਂ ਹੁਣ ਜਿਵੇਂ ਨਾਲ ਆ ਗਿਆ ਹਰ ਕੋਈ ਨੇ, ਸਾਨੂੰ ਤਾਂ ਪਤਾ ਨਹੀਂ ਲੱਗਦਾ ਡੇਟ ਦਾ, ਤਾਂ ਦੇਖਦੇ ਨਹੀਂ ਆ ਦੇਖੇ ਤਾਂ ਤੁਸੀਂ। ਜਿਹੜਾ ਕੱਲ ਮੁੰਡਾ ਰਾਣਾ ਆ ਦੁਕਾਨ ਵਾਲਾ ਲੈ ਕੇ ਤੁਹਾਨੂੰ ਖੁੱਲੀ ਤੁਸੀਂ ਵਾਪਸ ਕਰੀ ਆ, ਉਹਦਾ ਕਿਹੜੀ ਖੁੱਲੀ ਬੀਅਰ। ਉਹ ਹੈਲੋ ਹਾਂਜੀ ਇਹ ਬੀਅਰ ਜਿਹੜੀ ਖੁੱਲੀ ਬੀਅਰ ਤੁਹਾਨੂੰ ਵਾਪਸ ਕਰਕੇ ਜਾਂਦੇ ਨੇ ਨਾ? ਵਾਪਸ ਕਰਕੇ ਅਸੀਂ ਦੋਸਤੀ ਸੀ, ਫਿਰ ਸੀ ਬਾਹਰ। ਨਹੀਂ ਆ ਜਿਹੜੀ ਐਕਸਪਾਇਰ ਵਾਲੀ ਤੁਸੀਂ ਦੇ ਕੇ ਰਹੇ ਹੋ, ਦੇਖ ਕੇ ਇਹ ਡੇਟ ਵੇਚਣੀ ਵਾਲੀ ਅਸੀਂ ਬੰਦ ਕਰ ਦਾਂਗੇ। ਅਗਰ ਇਹਦੇ ਨਾਲ ਕਿਸੇ ਬੰਦੇ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ, ਜ਼ਿੰਮੇਵਾਰ ਕੌਣ? ਸਾਡੇ ਦਾ ਬਾਤ ਨਹੀਂ, ਇਹ ਤਾਂ ਬੰਦ ਕਰ ਦੇਣਗੇ। ਨਹੀਂ ਤੁਹਾਡੇ ਪਾਸ ਨਹੀਂ, ਤੁਹਾਡੇ ਉਰੇ ਕੋਈ ਆ ਕੇ ਚੈੱਕ ਵੀ ਨਹੀਂ ਕਰਦਾ? ਚੈੱਕ ਮਾਲਕ ਦੱਸਿਆ ਜਾ ਕੇ। ਕੌਣ ਮਾਲਕ ਕੌਣ ਹੈ? ਸਿੰਗਲਾ ਗਰੁੱਪ ਚੱਡਾ ਗਰੁੱਪ ਦਫ਼ਤਰ ਸਾਡਾ ਦੇਵ। ਅੱਛਾ, ਯਾਨੀ ਕਿ ਚੱਡਾ ਨਾ ਪਹਿਲੇ ਇੰਨੀਆਂ ਡੈਥ ਹੋਈਆਂ ਵਾ, ਤੁਸੀਂ ਫੇਰ ਐਕਸਪਾਇਰੀ ਦੇ ਰਹੇ ਹੋ ਤੇ ਤੁਹਾਨੂੰ ਥੋੜਾ ਬਹੁਤਾ ਵੀ ਨਹੀਂ ਹੈਗਾ ਕਿ ਹਾਂ ਵੀ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹੋ ਤੁਸੀਂ? ਆ ਫੋਨ ਕਿੱਥੇ ਆ ਯਾਰ? ਇੱਕ ਫੋਨ ਨਹੀਂ ਜਿਹੜੀ ਆ ਹੁਣ ਆ ਐਕਸਪਾਇਰੀ ਬੋਟਲਾਂ ਹੈਗੀਆਂ, ਇਹਨਾਂ ਦੇ ਕੀ ਕਰਾਂਗੇ? ਹੋਰ ਕਿੰਨੀ ਤੁਹਾਡੇ ਕੋਲ ਪਈ ਐਕਸਪਾਇਰੀ ਜਿਹੜੀ ਹੈਗੀ? ਇਹਨਾਂ ਦੀ ਚੈਕਿੰਗ ਕਰਾਓ ਜੀ ਸਾਰਾ ਕੁਝ। 2-4 ਰੁਪਏ ਦਾ ਕੱਢ ਕੇ ਦੇ ਦਿਓ, ਕੱਢ ਕੇ ਰੱਖ ਦੇ। ਤਾਂ ਇਹਨਾਂ ਨੂੰ ਪਤਾ ਹੀ ਹੋਊਗਾ ਨਾ ਕਿੱਧਰ ਐਕਸਪਾਇਰੀ ਰੱਖੀਆਂ, ਕਿੱਧਰ ਦੂਸਰੀਆਂ ਰੱਖੀਆਂ ਇਹਨਾਂ ਨੇ। ਉਹ ਕੰਮ ਨਾ ਕਰੀ, ਉਹੀ ਜੁੱਤੀਆਂ ਖਾਣਾ ਮੈਂ ਖੋਲ ਕੇ ਤੇ ਆਪ ਖੋਲ ਲੈਣੀ ਅਸੀਂ ਫਿਰ ਕੰਮ। ਕਿੰਨੀਆਂ ਪਈਆਂ ਮੈਂ ਉਧਰੋਂ ਦੇਖੋ ਜੀ, ਲਾਈਵ ਕਰ, ਇਧਰੋਂ ਚੈੱਕ ਕਰੋ ਜੀ। ਇਧਰੋਂ ਆਹ ਦੇਖ ਲਓ ਵੀ ਸਾਰਾ ਪੇਟੀ ਕੱਲ 200 ਸੀ। ਭਾਈ ਆ ਖੜੋ ਪੀਏ ਨਾ ਜਾਓ, ਫੜ ਕੇ ਰੱਖੋ। ਭਰਿਆ ਆ ਸਾਰੀਆਂ ਐਕਸਪਾਇਰੀ ਆ? ਨਹੀਂ ਆਹੀ ਨੇ ਬਸ 12 ਦੀ। ਪਿਆ 10-12 ਲੱਗ ਰਹੀਆਂ ਤੁਹਾਨੂੰ? ਹਾਂਜੀ ਹਾਂ 7 ਹੀ ਲੈਣਾ।
ਭਰਿਆ ਪਿਆ ਹੈ ਪੂਰਾ ਤਾਂ ਭਰਿਆ ਪਿਆ ਇਹ। ਪਹਿਲੇ ਕਰੀ ਹੋਈ ਹੈ ਯਾਰ ਇਹ। ਅੱਜ ਸਟਿੰਗ ਕੀਤਾ ਠੇਕੇ ਦੇ ਵਿੱਚ ਆ ਕੇ, ਕਿਉਂਕਿ ਜਿਸ ਤਰੀਕੇ ਦੇ ਨਾਲ ਇਲਜ਼ਾਮ ਲਾਏ ਜਾ ਰਹੇ ਆ ਸਾਡੇ ਵੱਲੋਂ ਕਿ ਜਿਹੜਾ ਲੋਕਡਾਊਨ ਇਸ ਲਈ ਕੀਤਾ ਤਾਂ ਕਿ ਨਕਲੀ ਸ਼ਰਾਬ, ਡੇਟ ਲੰਘੀ ਸ਼ਰਾਬ ਉਹ ਵੇਚੀ ਜਾਵੇ, ਇਹਦੇ ਲਈ ਸਾਹਮਣੇ ਸਟਿੰਗ ਕੀਤਾ। ਅਸੀਂ ਇੱਥੇ ਖੰਨਾ ਮਲੇਰਕੋਟਲਾ ਰੋਡ ਤੇ ਖੜੇ ਆ ਔਰ ਇਸ ਰੋਡ ਦੇ ਉੱਤੇ ਜਿਹੜਾ ਹੈਗਾ ਠੇਕਾ, ਉਸ ਠੇਕੇ ਦੇ ਉੱਤੇ ਜਿਹੜੀ ਸਾਹਮਣੇ ਆਈ ਆ ਕਿ ਜਿਹੜੀ ਬੀਅਰ ਆ, ਉਹ ਬੀਅਰ ਦੀ ਡੇਟ ਲੰਘੀ ਹੋਈ ਆ। ਇਹ ਅੱਜ ਇੱਥੇ ਆਉਣ ਦੀ ਲੋੜ ਕਿਉਂ ਪਈ? ਕਿਉਂਕਿ ਕੱਲ ਵੀ ਇੱਕ ਸੱਜਣ ਇੱਥੋਂ ਪੇਟੀ ਲੈ ਕੇ ਗਿਆ ਸੀ ਔਰ ਉਹ ਪੇਟੀ ਦੇ ਵਿੱਚੋਂ ਜਿਹੜੀ ਹੈਗੀ ਆ ਐਕਸਪਾਇਰ ਡੇਟ ਦੀ ਜਿਹੜੀ ਸ਼ਰਾਬ ਆ ਉਹ ਮਿਲ ਰਹੀ ਸੀ। ਆ ਤੁਸੀਂ ਦੇਖ ਸਕਦੇ ਹੋ ਇਹਦੇ ਤੇ ਐਕਸਪਾਇਰੀ ਡੇਟ ਦੇਖੋ, ਇਹਦੇ ਤੇ ਐਕਸਪਾਇਰੀ ਡੇਟ 13/12/19 ਤੋਂ ਲੈ ਕੇ 12/6/2020 ਤੱਕ ਇਹਦੀ ਡੇਟ ਹੈ। 12/6/2020 ਤੱਕ ਦੀ ਜਿਹੜੀ ਹੈਗੀ ਆ ਸ਼ਰਾਬ। ਇੱਕ ਪਾਸੇ ਤੁਸੀਂ ਦੇਖੋ ਕਿ ਸਰਕਾਰ, ਪੁਲਿਸ, ਆਬਕਾਰੀ ਵਿਭਾਗ ਪਤਾ ਨਹੀਂ ਉਹ ਕਿੱਥੇ ਆ। ਤੁਸੀਂ ਦੇਖੋ ਕਿ ਤਕਰੀਬਨ 150 ਤੋਂ ਉੱਪਰ ਮੌਤਾਂ ਹੋ ਗਈਆਂ ਔਰ 200 ਤੋਂ ਜ਼ਿਆਦਾ ਬੰਦਿਆਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਨਕਲੀ ਸ਼ਰਾਬ ਪੀਣ ਦੇ ਨਾਲ। ਔਰ ਉਹ ਨਕਲੀ ਸ਼ਰਾਬ ਤੁਸੀਂ ਦੇਖੋ ਕਿ ਅੱਜ ਖੰਨੇ ਵਿਖੇ ਸ਼ਰੇਆਮ ਵੇਚੀ ਜਾ ਰਹੀ ਆ। ਇਹ ਖੰਨਾ ਉੱਥੇ ਹੀ ਖੜੇ ਆ ਜਿੱਥੇ ਨਕਲੀ ਸ਼ਰਾਬ ਦੀ ਫੈਕਟਰੀ ਫੜੀ ਗਈ ਸੀ ਔਰ ਇਹ ਜਿਹੜੀ ਹੈਗੀ ਆ ਨਕਲੀ ਸ਼ਰਾਬ ਔਰ ਡੇਟ ਲੰਘੀ ਸ਼ਰਾਬ ਅੱਜ ਖੰਨੇ ਦੇ ਉੱਤੇ ਸਾਹਮਣੇ ਠੇਕੇ ਦੇ ਸਾਹਮਣੇ ਲਾਈਵ ਕਰਕੇ ਸਟਿੰਗ ਕਰਕੇ ਅਸੀਂ ਫੜੀ ਆ। ਔਰ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ, ਐਸਐਸਪੀ ਸਾਹਿਬ ਨੂੰ ਫੋਨ ਲਾਇਆ ਸੀ ਪਰ ਕਿਸੇ ਤਰੀਕੇ ਨਾਲ ਫੋਨ ਪਿਕ ਨਹੀਂ ਹੋਇਆ ਔਰ ਅਸੀਂ ਹੁਣੇ ਹੀ ਇੱਥੇ ਪੁਲਿਸ ਮੁਲਾਜ਼ਮਾਂ ਨੂੰ ਬੁਲਾਉਨੇ ਆ, ਬੁਲਾ ਕੇ ਜਿੰਨਾ ਵੀ ਇਹਨਾਂ ਦਾ ਹੈਗਾ, ਜੋ ਵੀ ਇਹਨਾਂ ਦਾ ਸਟਾਕ ਆ ਉਹ ਚੈੱਕ ਹੋਊਗਾ ਔਰ ਜਿੰਨੇ ਬੰਦਿਆਂ ਨੇ ਅੱਜ ਤੋਂ ਪਹਿਲਾਂ ਪੀਤੀ ਆ, ਇਹਨਾਂ ਨੇ ਜਿੰਨੀ ਵੇਚ ਚੁੱਕੇ ਆ, ਉਹਦੇ ਵਿੱਚੋਂ ਜੇ ਕਿਸੇ ਦੀ ਜਾਨ ਮਾਲ ਦਾ ਨੁਕਸਾਨ ਹੁੰਦਾ ਤਾਂ ਕੌਣ ਜ਼ਿੰਮੇਵਾਰ ਆ? ਕੀ ਉਹਦਾ ਪੁਲਿਸ ਜ਼ਿੰਮੇਵਾਰ ਹੈਗੀ ਆ? ਔਰ ਬੰਦਿਆਂ ਦੇ ਗੁਰਦੇ ਖਰਾਬ ਹੋਣਗੇ, ਲੀਵਰ ਖਰਾਬ ਹੋਊਗਾ, ਜਿਵੇਂ ਅੱਖਾਂ ਦੀ ਰੋਸ਼ਨੀ ਚਲੇ ਗਈ ਕਈ ਬੱਚਿਆਂ ਦੀ। ਔਰ ਉਸ ਚੀਜ਼ ਦਾ ਇਕੱਲੇ 5 ਲੱਖ ਰੁਪਈਆ ਦੇਣ ਨਾਲ ਕੈਪਟਨ ਸਾਹਿਬ ਘਰ ਨਹੀਂ ਭਰਦੇ। ਤੁਸੀਂ 5 ਲੱਖ ਰੁਪਈਆ ਦੇ ਕੇ ਆਪਣਾ ਕੰਮ ਸਾਰ ਦਿੰਦੇ ਹੋ ਔਰ ਜਿਹੜੇ ਤੁਹਾਡੇ ਇੱਥੇ ਲੱਖਾਂ ਰੁਪਈਆ ਤਨਖਾਹ ਪੁਲਿਸ ਲੈਂਦੀ ਆ, ਲੱਖਾਂ ਰੁਪਈਆ ਤਨਖਾਹ ਤੁਹਾਡਾ ਆਬਕਾਰੀ ਵਿਭਾਗ ਲੈਂਦਾ ਔਰ ਤੁਸੀਂ ਕੀ ਕਰਦੇ ਹੋ? ਮੈਨੂੰ ਤਾਂ ਲੱਗਦਾ ਜਿਹੜੀ ਗੱਲ ਕਰਨ ਅਵਤਾਰ ਉਹਨਾਂ ਤੇ ਇਲਜ਼ਾਮ ਲੱਗਦੇ ਸੀ ਕਿ ਤੁਸੀਂ ਸਾਰੇ ਜਾਣੇ ਰਲ ਮਿਲ ਕੇ ਇੱਕ ਸ਼ਰਾਬ ਮਾਫੀਆ ਚਲਾ ਰਹੇ ਹੋ ਔਰ ਸ਼ਰਾਬ ਦੇ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਤੈਨੂੰ ਹਫਤਾ ਜਾਂਦਾ ਔਰ ਉਹ ਹਫਤੇ ਦੀ ਬਦੌਲਤ ਅੱਜ ਠੇਕੇ ਖੁੱਲੇ ਨੇ, ਅੱਜ ਰਾਸ਼ਨ ਦੀਆਂ ਦੁਕਾਨਾਂ ਬੰਦ ਨੇ। ਠੇਕੇ ਕਿਉਂ ਖੁੱਲੇ ਨੇ? ਕਿਉਂਕਿ ਠੇਕਿਆਂ ਵਿੱਚ ਤੂੰ ਨਕਲੀ ਸ਼ਰਾਬ ਵੇਚਣੀ ਆ, ਤੂੰ ਠੇਕਿਆਂ ਦੇ ਵਿੱਚ ਐਕਸਪਾਇਰੀ ਡੇਟ ਦੀ ਸ਼ਰਾਬ ਵੇਚਣੀ ਆ। ਜਸਪੁਰਾ ਜੀ ਬਾਕੀ 6:30 ਵਜੇ ਤੱਕ ਠੇਕੇ ਖੁੱਲਣ ਦੀ ਇਜਾਜ਼ਤ ਹੈ ਬਟ ਹੁਣ 6:30 ਹੋ ਚੁੱਕੇ, ਠੇਕਾ ਹਜੇ ਵੀ ਖੁੱਲਾ। ਕਾਰਨ ਕੀ ਹੈ? ਕਾਰਨ ਕੀ ਆ? ਕਿਉਂਕਿ ਠੇਕੇ ਵਾਲਿਆਂ ਨੂੰ ਜਿਹੜਾ ਸਿੱਧਾ ਹੈਗਾ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਇਹਨਾਂ ਨੂੰ ਹਫਤਾ ਜਾਂਦਾ ਔਰ ਕੈਪਟਨ ਠੇਕੇ ਵਾਲਿਆਂ ਤੇ ਕੁਝ ਖਾਸ ਹੀ ਮਿਹਰਬਾਨ ਹੈ ਔਰ ਅਗਰ ਇਹ ਮਿਹਰਬਾਨ ਨਾ ਹੁੰਦਾ ਤੇ ਨਾ ਹੀ ਸ਼ਰਾਬ ਦੀਆਂ ਨਕਲੀ ਫੈਕਟਰੀਆਂ ਹੁੰਦੀਆਂ, ਨਾ ਹੀ ਐਕਸਪਾਇਰੀ ਡੇਟ ਦੀਆਂ ਜਿਹੜੀ ਸ਼ਰਾਬ ਵੇਚੀ ਜਾਂਦੀ ਔਰ ਨਾ ਹੀ ਜਿਹੜੇ ਠੇਕੇ ਨੇ ਕਾਨੂੰਨਾਂ ਨੂੰ ਛਿੱਕੇ ਟੰਗਦੇ, ਛਿੱਕੇ ਉੱਤੇ ਟੰਗ ਕੇ ਅੱਜ ਤੁਸੀਂ ਦੇਖੋ ਕਿ ਜਿਹੜੇ ਠੇਕੇ ਨੇ ਉਹ ਬੇਰੋਕ ਖੁੱਲ੍ਹਦੇ ਨੇ ਔਰ 6:30 ਬੇਸ਼ੱਕ ਹੋ ਗਏ, ਠੇਕੇ ਵਾਲੇ ਸ਼ਾਮ ਨੂੰ 8-8 ਵਜੇ ਤੱਕ 9-9 ਵਜੇ ਤੱਕ ਇੱਥੇ ਲਾਈਨਾਂ ਲਗਾ ਕੇ ਸ਼ਰਾਬ ਵੇਚਦੇ ਨੇ। ਇਹਨਾਂ ਲਈ ਕੋਈ ਕਾਨੂੰਨ ਨਹੀਂ। ਤੇ ਉਹਨੂੰ ਕਿਹਾ ਕਿ ਇੱਕ ਬੀਅਰ 150 ਰੁਪਏ ਦੀ ਹੈ ਤੇ 300 ਰੁਪਏ ਦਿੱਤੇ ਤੇ ਜਦੋਂ ਉਹ ਬੀਅਰ ਦੇਖੀ, ਉਹਦੇ ਬੀਅਰ ਦੇ ਉੱਤੇ ਡੇਟ ਦੇਖੀ ਐਕਸਪਾਇਰੀ ਸੀ ਤੇ ਉਹਨੂੰ ਕਿਹਾ ਕਿ ਇਹ ਜਿਹੜੀ ਹੈਗੀ ਆ 6ਵੇਂ ਮਹੀਨੇ ਦੀ ਆ, ਇੱਕ 3 ਮਹੀਨੇ ਦੀ ਐਕਸਪਾਇਰੀ ਆ। ਦੋਨੋਂ ਬੀਅਰਾਂ ਤੇ ਅਲੱਗ-ਅਲੱਗ ਜਿਹੜੀ ਹੈਗੀ ਸੀ ਡੇਟ ਸੀ ਤੇ ਉਹਨੂੰ ਕਿਹਾ ਵੀ ਇਹ ਕੁਝ ਘੱਟ ਕਰ ਲਿਓ ਵੀ ਜੇ ਐਕਸਪਾਇਰੀ ਵੇਚ ਰਹੇ ਹੋ। ਉਹ ਕਹਿੰਦੇ ਜੀ 180 ਦੀ ਵੈਸੇ ਹੈਗੀ ਆ, ਅਸੀਂ ਤੁਹਾਨੂੰ ਤਾਈਓ ਘੱਟ ਕਰਕੇ 150 ਰੁਪਏ ਦੀ ਦੇ ਰਹੇ ਹਾਂ। ਤੇ ਫਿਰ ਉਹਨਾਂ ਨੂੰ ਪੁੱਛਿਆ ਕਿ ਇਹਦੇ ਤੇ ਜਿਹੜਾ ਬੀਅਰ ਤੇ ਰੇਟ ਲਿਖਿਆ ਹੋਇਆ 135 ਰੁਪਏ ਲਿਖਿਆ ਹੋਇਆ, ਇਹ ਸਾਰੀ ਚੀਜ਼ ਰਿਕਾਰਡਡ ਹੈ ਵੀ 135 ਰੁਪਏ ਲਿਖਿਆ ਹੋਇਆ, ਤੁਸੀਂ ਇਹ ਵੀ ਜਿਹੜੀ ਹੈਗੀ ਆ ਐਕਸਪਾਇਰੀ 150 ਦੀ ਵੇਚ ਰਹੇ ਹੋ, ਸਾਨੂੰ ਇਹਦਾ ਬਿੱਲ ਦੇ ਦਿਓ। ਉਹ ਕਹਿੰਦੇ ਅਸੀਂ ਕਿਸੇ ਵੀ ਸ਼ਰਾਬ ਲਓ, ਤੁਸੀਂ ਕੋਈ ਬੋਤਲ ਲਓ, ਕੋਈ ਬੀਅਰ ਲਓ, ਅਸੀਂ ਕਿਸੇ ਚੀਜ਼ ਦਾ ਬਿੱਲ ਨਹੀਂ ਦਿੰਦੇ, ਸਾਡੇ ਕੋਲ ਬਿੱਲ ਹੈ ਹੀ ਨਹੀਂ। ਔਰ ਜਦੋਂ ਇਹ ਵਾਰਤਾਲਾਪ ਚੱਲ ਰਹੀ ਸੀ ਤੁਰੰਤ ਜਿਹੜੀ ਹੈਗੀ ਆ ਸਾਡੀ ਟੀਮ, ਮੀਡੀਆ ਦੀ ਟੀਮ ਉੱਥੇ ਜਦੋਂ ਪਹੁੰਚਣ ਤੋਂ ਬਾਅਦ ਤੁਰੰਤ ਜਿਹੜਾ ਹੈਗਾ ਸਿਟੀ 2 ਖੰਨਾ ਉਹਨਾਂ ਨੂੰ SHO ਸਾਹਿਬ ਨੂੰ ਫੋਨ ਕੀਤਾ, ਤੁਰੰਤ ਮੌਕੇ ਤੇ ਪਹੁੰਚੇ ਤੇ ਆਏ ਤੇ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇੱਕ ਖਾਨਾ ਪੂਰਤੀ ਕਰਦੇ ਆ, ਕਰਿੰਦੇ ਨੂੰ ਫੜਿਆ, ਬਾਹਰ ਆ ਬਈ, ਬਾਹਰ ਆਇਆ, ਕਹਿੰਦੇ ਮੈਨੂੰ ਲੈ ਚੱਲਿਆ, ਇਹਨੂੰ ਲੌਕ ਕਰ ਦਿਓ। ਤੇ ਅਸੀਂ ਬਿਲਕੁਲ ਉਸ ਗੱਲ ਤੇ ਡਟ ਗਏ
ਕਿ ਅਸੀਂ ਇਦਾਂ ਨਹੀਂ ਲੈ ਕੇ ਜਾਣ ਦੇਣਾ। ਇੱਥੇ ਜਿਹੜਾ ਹੈਗਾ ਇੱਥੇ ਦਾ ਇੰਸਪੈਕਟਰ ਜਿਹੜਾ ਆਬਕਾਰੀ ਵਿਭਾਗ ਦਾ ਉਹਨੂੰ ਬੁਲਾਇਆ ਜਾਵੇ ਔਰ ਅੰਦਰ ਸਾਡੇ ਸਾਹਮਣੇ ਜਿਹੜਾ ਹੈਗਾ ਇਹਦੀ ਇਨਸਪੈਕਸ਼ਨ ਜਿਹੜੀ ਹੈਗੀ ਆ ਠੇਕੇ ਦੀ ਕੀਤੀ ਜਾਵੇ। ਲਾਈਵ ਦੇ ਵਿੱਚ ਇੰਸਪੈਕਟਰ ਆਇਆ, ਲਾਈਵ ਦੇ ਵਿੱਚ ਇਨਸਪੈਕਸ਼ਨ ਹੋਈ ਤੇ ਉਹਦੇ ਵਿੱਚੋਂ 110 ਬੋਤਲਾਂ ਜਿਹੜੀਆਂ ਕਿ ਫ੍ਰੀਜ਼ਰ ਵਿੱਚ ਲੱਗੀਆਂ ਹੋਈਆਂ ਸੀ, ਉਹ ਚਿਲਡ ਬੋਤਲਾਂ ਸਾਰੀਆਂ ਹੀ ਜਿਹੜੀਆਂ ਸੀ ਉਹ ਐਕਸਪਾਇਰੀ ਦੀਆਂ ਸੀ। ਔਰ ਇੱਕ ਅੱਧਾ ਜਿਹੜਾ ਡੱਬਾ ਸੀ ਕਿੰਗਫਿਸ਼ਰ ਦਾ ਜਿਹੜਾ ਬਾਹਰ ਪਿਆ ਸੀ ਦਿਖਾਉਣ ਦੇ ਲਈ, ਉਹ ਜ਼ਰੂਰ ਹਜੇ ਉਹਦੀ 2 ਮਹੀਨੇ ਡੇਟ ਰਹਿੰਦੀ ਸੀ। ਔਰ ਫਿਰ ਉਹਦੇ ਤੋਂ ਲਾਈਵ ਪੁੱਛਿਆ ਗਿਆ, ਜਿਹੜਾ ਕਰਿੰਦਾ ਸੀ ਸ਼ਰਮਾ, ਉਹਨਾਂ ਤੋਂ ਪੰਡਤ ਜੀ ਉਹਨਾਂ ਨੂੰ ਪੁੱਛਿਆ ਗਿਆ ਕਿ ਜਿਹੜੀ ਤੁਹਾਡਾ ਗੋਡਾਊਨ ਕਿੱਥੇ ਆ। ਉਹ ਕਹਿੰਦਾ ਵੀ ਰੋਜ਼ ਸਾਡੇ ਕੋਲ ਗੱਡੀ ਆਉਂਦੀ ਆ, ਡਿਲੀਵਰੀ ਆਉਂਦੀ ਆ। ਸਾਡੇ ਜਿਹੜਾ ਹੈਗਾ 10-12 ਠੇਕੇ ਨੇ ਸਾਡੇ ਗਰੁੱਪ ਦੇ। ਔਰ ਕਿਹੜਾ ਗਰੁੱਪ ਹੈਗਾ? ਸਿੰਗਲਾ ਗਰੁੱਪ ਦੇ ਸਾਡੇ 10-12 ਠੇਕੇ ਨੇ ਔਰ ਸਾਡੀ ਗੱਡੀ ਆਉਂਦੀ ਆ ਸ਼ਰਾਬ ਦੀ, ਉਹ ਰੋਜ਼ ਸਾਨੂੰ ਡਿਲੀਵਰੀ ਦੇ ਕੇ ਜਾਂਦੀ ਆ। ਜੋ ਡਿਲੀਵਰੀ ਵਾਲੀ ਸ਼ਰਾਬ ਹੁੰਦੀ ਆ ਉਹ ਅਸੀਂ ਇਹਦੇ ਵਿੱਚ ਰੱਖ ਦਿੰਦੇ ਆ ਚਿਲਡ ਕਰਨ ਦੇ ਲਈ। ਔਰ ਇਹਦਾ ਮਤਲਬ ਇਹ ਜਿਹੜਾ ਸੀਗਾ, ਇੱਕ ਦਿਨ ਪਹਿਲਾਂ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਦਾਂ ਠੇਕਿਆਂ ਦੇ ਉੱਤੇ ਜਿਹੜੀ ਹੈਗੀ ਆ ਸ਼ਰਾਬ ਵੇਚੀ ਜਾ ਰਹੀ ਆ ਜਿਹੜੀ ਕਿ ਐਕਸਪਾਇਰੀ ਡੇਟ ਦੀ ਆ। ਔਰ ਉਸ ਤੋਂ ਬਾਅਦ ਅਸੀਂ ਬਾਈ ਨੇਮ ਸਰਬਜੀਤ ਸਿੰਘ ਕੰਗ ਜਿਹੜੇ ਖੰਨਾ ਪ੍ਰਧਾਨ ਨੇ, ਉਹਨਾਂ ਕੋਲੋਂ ਬਾਏ ਨੇਮ ਸਿੰਗਲਾ ਦੇ ਉੱਤੇ ਔਰ ਜਿਹੜੇ ਠੇਕੇਦਾਰ ਆ ਔਰ ਜਿਹੜਾ ਐਕਸਾਈਜ਼ ਇੰਸਪੈਕਟਰ ਆ, ਕਿਉਂਕਿ ਐਕਸਾਈਜ਼ ਇੰਸਪੈਕਟਰ ਦੇ ਮੂੰਹ ਦੇ ਉੱਤੇ ਮਾਸਕ ਲੱਗਿਆ ਹੋਇਆ ਸੀ ਔਰ ਉਹ ਕਹਿੰਦਾ ਵੀ ਮੈਂ ਕਦੇ ਠੇਕੇ ਦੇ ਉੱਤੇ ਆਇਆ ਹੀ ਨਹੀਂ, ਜਦ ਕਿ ਜਿਹੜਾ ਹੈਗਾ ਉੱਥੋਂ ਦਾ ਠੇਕੇ ਦਾ ਕਰਿੰਦਾ ਉਹਨੂੰ ਆਵਾਜ਼ ਤੋਂ ਹੀ ਪਛਾਣ ਲੈਂਦਾ। ਉਹ ਕਹਿੰਦਾ ਕਸ਼ਮੀਰਾ ਸਿੰਘ ਜੀ ਤੁਸੀਂ ਤਾਂ ਰੋਜ਼ ਮੇਰੇ ਕੋਲ ਆ ਕੇ ਜਾਂਦੇ ਹੋ। ਦੈਟ ਮੀਨਸ ਕਿ ਜਿਹੜਾ ਕਸ਼ਮੀਰਾ ਸਿੰਘ ਜਿਹੜਾ ਐਕਸਾਈਜ਼ ਦਾ ਇੰਸਪੈਕਟਰ ਆ, ਉਹਦੀ ਉਹਨਾਂ ਦੇ ਨਾਲ ਮਿਲੀ ਭੁਗਤ ਹਫਤਾ ਜਾਂ ਡੇਲੀ ਬੇਸ 'ਤੇ ਉਹਨਾਂ ਕੋਲੋਂ ਇਸ ਚੀਜ਼ ਦਾ ਉਹ ਲੈ ਕੇ ਜਾਂਦਾ ਸੀ। ਔਰ ਇਸ ਚੀਜ਼ ਦੀ ਅਸੀਂ ਮੰਗ ਕਰਦੇ ਹਾਂ ਕਿ ਜਿਹੜਾ ਹੈਗਾ ਇਹਨਾਂ ਦੇ ਉੱਤੇ ਸਿੰਗਲਾ ਗਰੁੱਪ ਦੇ ਉੱਤੇ ਬਾਏ ਨੇਮ ਔਰ ਜਿਹੜਾ ਐਕਸਾਈਜ਼ ਦਾ ਇੰਸਪੈਕਟਰ ਜਿਹੜਾ ਕਿ ਰੋਜ਼ ਉਹਨਾਂ ਕੋਲੋਂ ਆ ਕੇ ਹਫਤਾ ਲੈ ਕੇ ਜਾਂਦਾ, ਇਹਨਾਂ ਸਾਰਿਆਂ ਦੇ ਖਿਲਾਫ FIR ਕੱਟੀ ਜਾਵੇ। ਅਗਰ FIR ਨਹੀਂ ਕੱਟੀ ਜਾਂਦੀ ਤਾਂ ਖੰਨੇ ਦੇ ਵਿੱਚ ਸਾਡੇ ਵੱਲੋਂ ਇੱਕ ਵੱਡੇ ਪੱਧਰ ਤੇ ਜਿਹੜਾ ਹੈਗਾ ਅੰਦੋਲਨ ਸ਼ਰਾਬ ਮਾਫੀਏ ਖਿਲਾਫ ਸ਼ੁਰੂ ਕੀਤਾ ਜਾਏਗਾ। ਔਰ ਇਹ ਸਭ ਦੀ ਜਿਹੜੀ ਹੈਗੀ ਆ, ਅਗਰ ਲਾਅ ਐਂਡ ਆਰਡਰ ਟੁੱਟਦਾ ਜਾਂ ਕੋਈ ਕਰੋਨਾ ਦਾ ਭੂਤ ਕਿਸੇ ਨੂੰ ਚਿੰਬੜਦਾ, ਉਹਦੀ ਜਿਹੜੀ ਹੈਗੀ ਆ ਜ਼ਿੰਮੇਵਾਰੀ, ਕਿਉਂਕਿ ਜਿਹੜਾ ਮਹਿਕਮਾ ਇਹ ਸਾਡੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਕੋਲ ਆ, ਇਹਦੀ ਜ਼ਿੰਮੇਵਾਰੀ ਪੂਰੀ ਦੀ ਪੂਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਹੋਏਗੀ।